ਅੱਜ ਦਾ ਵਿਚਾਰ ਸ਼ੋਅ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਬਲਬੀਰ ਜੰਡੂ ਤੇ ਅੱਜ ਅਸੀਂ ਗੱਲ ਕਰਾਂਗੇ ਜੋ ਕੇਂਦਰ ਤੇ ਪੰਜਾਬ ਵਿਚਾਲੇ ਤਣਾਅ ਬਣਿਆ, ਟਕਰਾਅ ਬਣਿਆ, ਜਿਨ੍ਹਾਂ ਮਾਮਲਿਆਂ ਨੂੰ ਲੈ ਕੇ ਉਹਨਾਂ ਦੇ ਉੱਤੇ, ਤੇ ਇਸ ਤੋਂ ਪਹਿਲਾਂ ਕਿਸ ਤਰ੍ਹਾਂ ਕੇਂਦਰ ਜਿਹੜਾ ਪੰਜਾਬ ਨਾਲ ਧੱਕੇ ਕਰਦਾ ਰਿਹਾ ਔਰ ਉਹਨਾਂ ਧੱਕਿਆਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵਾਰ ਮੋਰਚੇ ਵੀ ਲਾਏ। ਪਰ ਇਸ ਵਾਰ ਜਿਹੜੀ ਕੇਂਦਰ ਸਰਕਾਰ ਨੇ 3 ਖੇਤੀ ਕਾਨੂੰਨ ਪਾਸ ਕੀਤੇ ਹੈ, ਉਹਨਾਂ ਨੂੰ ਲੈ ਕੇ ਪੰਜਾਬ ਦੀਆਂ ਲਗਭਗ ਸਾਰੀਆਂ ਰਾਜਸੀ ਧਿਰਾਂ ਜਿਹੜੀਆਂ ਇੱਕ ਮੰਚ ਉੱਤੇ ਇਕੱਠੀਆਂ ਹੋ ਗਈਆਂ ਤੇ ਉਹਦੇ ਵਿੱਚੋਂ ਸਿਰਫ ਤੇ ਸਿਰਫ ਭਾਜਪਾ ਪਾਸੇ ਹੈ। ਤਾਂ ਇਹਨਾਂ ਸਾਰੀਆਂ ਧਿਰਾਂ ਨੇ ਕੱਲ੍ਹ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਸਰਵਸੰਮਤੀ ਨਾਲ ਜਿਹੜੇ ਕੇਂਦਰ ਦੇ ਕਾਨੂੰਨ ਸੀਗੇ ਉਹਨਾਂ ਦੇ ਬਦਲਵੇਂ ਕਾਨੂੰਨ ਤੇ ਉਹਨਾਂ ਵਿੱਚ ਸੋਧ ਕਰਕੇ ਉਹ ਕਾਨੂੰਨ ਪਾਸ ਕੀਤੇ ਹੈ। ਤੇ ਜਿਸ ਤੋਂ ਸਪਸ਼ਟ ਹੈ ਕਿ ਸਮੁੱਚੇ ਜਿਹੜੀ ਪੰਜਾਬ ਦੀਆਂ ਰਾਜਸੀ ਧਿਰਾਂ ਇੱਕ ਮੰਚ ਤੇ ਆਉਣ ਦੇ ਨਾਲ ਜਿਹੜਾ ਪੰਜਾਬ ਦਾ ਕੇਂਦਰ ਦੇ ਖਿਲਾਫ ਜਿਹੜਾ ਇਹ ਵੱਡਾ ਮੋਰਚਾ ਉਹ ਖੁੱਲ੍ਹ ਗਿਆ ਔਰ ਇਹ ਕਿਸ ਨਤੀਜੇ ਤੇ ਪਹੁੰਚਦਾ, ਇਹ ਕਿਹੜਾ ਰੁਖ ਅਖਤਿਆਰ ਕਰਦਾ, ਇਸ ਦਾ ਦੇਸ਼ ਦੇ ਵਿੱਚ ਕੀ ਅਸਰ ਪਏਗਾ, ਇਹਨਾਂ ਸਾਰੀਆਂ ਗੱਲਾਂ ਨੂੰ ਅੱਜ ਅਸੀਂ ਆਪਣੀ ਚਰਚਾ 'ਚ ਲਵਾਂਗੇ। ਇਸ ਚਰਚਾ ਦੇ ਲਈ ਮੇਰੇ ਨਾਲ ਨੇ ਅੱਜ ਸੀਨੀਅਰ ਪੱਤਰਕਾਰ ਸ਼੍ਰੀ ਜਸਪਾਲ ਸਿੰਘ ਸਿੱਧੂ ਜੀ, ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਸਾਰੇ ਪੰਜਾਬ ਦੇ ਵਿੱਚ, ਖਾਸ ਕਰਕੇ ਸਿੱਖ ਰਾਜਨੀਤੀ ਦੇ ਵਿੱਚ, ਅਕਾਲੀ ਰਾਜਨੀਤੀ ਦੇ ਵਿੱਚ, ਅਕਾਲੀ ਮੋਰਚਿਆਂ ਵੇਲੇ ਇਹ ਸਾਰਾ ਕੁਝ ਕੀ ਵਾਪਰਦਾ ਰਿਹਾ ਉਸ ਨੂੰ ਬੜਾ ਨੇੜਿਓਂ ਦੇਖਿਆ ਤੇ UNI ਦੇ ਵਿੱਚ ਉਹਨਾਂ ਨੇ ਸਪੈਸ਼ਲ ਰਿਪੋਰਟਰ ਹੁੰਦਿਆਂ ਉਹਨਾਂ ਸਾਰਿਆਂ ਨੂੰ ਰਿਪੋਰਟ ਵੀ ਕੀਤਾ। ਤੋ ਸੋ ਇਸ ਕਰਕੇ ਅਸੀਂ ਇਹ ਸਾਰੀ ਗੱਲ ਜਿਹੜੀ ਹੈ ਉਹਨਾਂ ਨਾਲ ਸਾਂਝੀ ਕਰਾਂਗੇ ਕਿ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੈ। ਸਿੱਧੂ ਸਾਹਿਬ, ਤੁਸੀਂ ਇਹ ਸਾਰੀ ਜਿਹੜੀ ਸਥਿਤੀ ਬਣੀ ਹੈਗੀ ਹੈ ਤੇ ਜਿਸ ਤਰ੍ਹਾਂ ਪੰਜਾਬ ਦਾ ਕੇਂਦਰ ਖਿਲਾਫ ਮੋਰਚਾ ਖੁੱਲ੍ਹ ਗਿਆ ਔਰ ਇਹ ਕੀ ਦਿਸ਼ਾ ਅਖਤਿਆਰ ਕਰੇਗਾ ਤੇ ਦੇਸ਼ 'ਤੇ ਕੀ ਅਸਰ ਪਾਏਗਾ, ਤੇ ਪਹਿਲੇ ਜਿਹੜੇ ਮੋਰਚੇ ਲੱਗੇ ਸੀਗੇ ਉਹਨਾਂ ਦੀ ਪ੍ਰਸੰਗ ਵਿੱਚ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਦਰਸ਼ਕਾਂ ਦੇ ਲਈ ਮੈਂ ਥੋੜ੍ਹਾ ਜਿਹਾ ਇੱਕ ਨੂੰ ਪਿੱਛੇ ਇੱਕ ਦੋ ਲਾਈਨ ਦੇ ਵਿੱਚ ਕਰਨਾ ਚਾਹੁੰਦਾ। ਪਹਿਲੀ ਗੱਲ ਤਾਂ ਇਹ 47 ਦੇ ਵਿੱਚ ਦੇਸ਼ ਆਜ਼ਾਦ ਹੋਣ ਵੇਲੇ ਇਹ ਸਾਡਾ ਉਦੋਂ ਪਹਿਲਾਂ ਦੇਸ਼ ਸਾਡਾ ਇਕੱਠਾ ਨਹੀਂ ਸੀ, ਇਹ ਇੱਕ ਨਹੀਂ ਸੀ ਕੰਟਰੀ ਇੱਕ ਸਾਡਾ ਅੰਗਰੇਜ਼ਾਂ ਦੇ ਆਉਣ ਨਾਲ ਬਣਿਆ। ਅੰਗਰੇਜ਼ਾਂ ਨੇ ਵੀ ਇਹ ਸਿਸਟਮ ਰੱਖਿਆ ਦੇਸ਼ ਨੂੰ। ਇੱਥੇ ਕੋਈ 500 ਦੇ ਨੇੜੇ ਤੇ 500, 550, 600 ਪ੍ਰਿੰਸਲੀ ਸਟੇਟ ਸੀਗੀਆਂ ਤੇ ਬਾਕੀ ਕੁਛ ਅੰਗਰੇਜ਼ੀ ਰਾਜ ਥੱਲੇ ਸੀਗਾ, ਕਾਫੀ ਵੱਡਾ ਇਲਾਕਾ। ਤੇ 40% ਰਾਜੇ ਉਵੇਂ ਦੇ ਉਵੇਂ ਬੈਠੇ ਸੀ ਜਿਵੇਂ ਪਹਿਲਾਂ ਤੇ ਸਦੀਆਂ ਦੇ ਬੈਠੇ ਸੀਗੇ। ਇਸ ਕਰਕੇ ਇੱਕ ਕੰਟਰੀ ਐਡਮਿਨਿਸਟ੍ਰੇਟਿਵ ਲੈਵਲ ਤੇ ਦਿੱਲੀ ਤੋਂ ਜਿਹੜਾ ਰਾਜ ਕਰਨ ਦਾ ਇੱਕ ਸੈਂਟਰ ਤਿਆਰ ਕੀਤਾ, ਉਹ ਅੰਗਰੇਜ਼ਾਂ ਨੇ ਕੀਤਾ ਆ ਕੇ। ਅੰਗਰੇਜ਼ਾਂ ਨੇ ਬੜੇ ਸੁਚੱਜੇ ਤਰੀਕੇ ਨਾਲ ਉਹਨਾਂ ਨੇ ਐਡਮਿਨਿਸਟ੍ਰੇਟਿਵ ਲੈਵਲ ਤੇ ਚਲਾਇਆ। ਉਹੀ ਜਿਹੜਾ ਸਾਰਾ ਸਿਸਟਮ ਸੀ, ਸਾਰਾ ਅੰਗਰੇਜ਼ਾਂ ਦੀ ਜਿਹੜੀ ਬ੍ਰਿਟਿਸ਼ ਸਟੇਟ ਸੀ ਉਹ ਟਰਾਂਸਫਰ ਆਫ ਪਾਵਰ ਹੋ ਗਈ ਕਾਂਗਰਸ ਨੂੰ ਤੇ ਮੁਸਲਿਮ ਲੀਗ ਨੂੰ, ਤੇ ਵੰਡ ਵੀ ਹੋ ਗਈ ਦੇਸ਼ ਦੀ। ਤੇ ਪਰ ਜਦੋਂ ਦੇਸ਼ ਬਣਿਆ ਤਾਂ ਉਦੋਂ ਬਣਿਆ। ਦੇਸ਼ ਬਣ ਕੇ ਜਦੋਂ ਸਾਡਾ ਐਡੇ ਵੱਡੇ ਦੇਸ਼ ਨੂੰ ਐਡੇ ਵੱਡੇ ਡਿਫਰੈਂਟ ਲੈਵਲ ਦੇ ਐਡਮਿਨਿਸਟ੍ਰੇਟਿਵ ਯੂਨਿਟਾਂ ਨੂੰ ਇਕੱਠੇ ਇੱਕ ਕੰਟਰੀ ਦੇ ਵਿੱਚ ਕਰਨ ਲਈ ਤਾਂ ਇੱਕ ਫੈਡਰਲ ਢਾਂਚਾ ਤਿਆਰ ਕੀਤਾ ਗਿਆ। ਕਨਸਟੀਟਿਊਸ਼ਨ ਵੀ ਫੈਡਰਲ ਤਿਆਰ ਕੀਤਾ ਗਿਆ ਫੈਡਰਲ ਲੈਵਲ ਤੇ। ਪਰ ਉਹ ਕਨਸਟੀਟਿਊਸ਼ਨ ਨੂੰ ਫੈਡਰਲ ਲੈਵਲ ਤੇ ਰੱਖਿਆ ਜ਼ਰੂਰ ਗਿਆ, ਪਰ ਇਹਦੇ ਪਿੱਛੇ ਹਮੇਸ਼ਾ ਡਰ ਰਿਹਾ ਉਹਨਾਂ ਦਿਨਾਂ ਵਿੱਚ ਕਾਂਗਰਸ ਨੂੰ ਵੀ ਦੇਸ਼ ਬਹੁਤ ਵੱਡਾ ਹੈ ਤੇ ਇੱਕ ਸਬ ਕੰਟੀਨੈਂਟ ਹੈ, ਕੰਟਰੀ ਇੱਕ ਨਹੀਂ ਹੈ, ਛੋਟਾ ਕੰਟਰੀ ਨਹੀਂ। ਇਹ ਤਕਰੀਬਨ ਸਾਰਾ ਜਿਹੜਾ ਇੰਡੀਅਨ ਸਬ ਕੰਟੀਨੈਂਟ ਹੈ ਇਹ ਯੂਰਪ ਦੇ 15-16 ਮੁਲਕਾਂ, ਉਹ ਯੂਰਪ ਦੇ ਕੰਟੀਨੈਂਟ ਜਿਹੜਾ। ਤੇ ਇਸ ਕਰਕੇ ਇਹਨਾਂ ਨੇ ਫਿਰ ਇਸ ਨੂੰ ਸੈਂਟਰਲਾਈਜ਼ ਕਰਨਾ ਤੇ ਕੇਂਦਰ ਨੂੰ ਤਕੜਾ ਕਰਨਾ ਸ਼ੁਰੂ ਕਰਤਾ ਤਾਂ ਕਿ ਕੁਛ ਬਾਹਰਲੀਆਂ ਜਿਹੜੀਆਂ ਫੋਰਸਾਂ ਟੁੱਟਣ ਨੂੰ ਫਿਰਦੀਆਂ ਉਹ ਇਕੱਠੀਆਂ ਕਾਬੂ ਰਹਿਣ। ਇਹਦੇ ਵਿੱਚ ਪੰਜਾਬ ਦੇ ਵਿੱਚ ਵੀ ਥੋੜ੍ਹਾ ਜਿਹਾ ਡਿਫਰੈਂਟ ਸੀਗਾ। ਪੰਜਾਬ 'ਚ ਵੀ ਉਸੇ ਵੇਲੇ ਤੋਂ ਜਿਹੜਾ ਅਨਫਿਨਿਸ਼ਡ ਏਜੰਡਾ ਸੀਗਾ ਦੇਸ਼ ਦਾ ਵੀ ਸਾਰੇ ਦੇਸ਼ ਨੂੰ ਤੁਸੀਂ ਫੈਡਰਲ ਢਾਂਚੇ ਵਿੱਚ ਰੱਖਣਾ ਜਾਂ ਇਸ ਨੂੰ ਸਹੀ ਪਾਵਰਾਂ ਦੇ ਕੇ ਸਭ ਨੂੰ ਸੈਟੀਸਫਾਈ ਕਰਨਾ ਜਾਂ ਪਾਵਰ ਸ਼ੇਅਰ ਕਰਨੀ ਹੈ, ਉਹ ਸ਼ੇਅਰ ਕਰਨ ਦਾ ਜਿਹੜਾ ਸਿਸਟਮ ਸੀ ਉਸ ਪਹਿਲੇ ਦਿਨਾਂ ਤੋਂ ਹੀ ਕਾਂਗਰਸ ਦੇ ਰਜੀਮ ਤੇ ਨਹਿਰੂ ਦੇ ਰਜੀਮ 'ਚ ਇਹ ਗੜਬੜ ਹੋਣਾ ਸ਼ੁਰੂ ਹੋ ਗਿਆ। ਤੇ ਉਹਦੇ ਵਿੱਚੋਂ ਅਕਾਲੀ ਦਲ ਨੇ ਆਪਦਾ ਮੋਰਚਾ ਕੱਢਿਆ। ਅਕਾਲੀ ਦਲ ਕੋਲੇ ਹੋਰ ਕੋਈ ਆਲਟਰਨੇਟਿਵ ਨਹੀਂ ਸੀ ਤਾਂ ਉਹਨਾਂ ਨੇ ਲੈਂਗੁਏਜ ਬੇਸ ਉੱਤੇ ਆਪਦਾ ਪੰਜਾਬੀ ਸੂਬਾ ਲੜਨਾ ਸ਼ੁਰੂ ਕਰਤਾ। ਬੇਸਿਕ ਗੱਲ ਇਹ ਸੀ ਵੀ ਉਹ ਪਾਵਰ ਚਾਹੁੰਦੇ ਸੀ, ਪਾਵਰ ਸ਼ੇਅਰ ਚਾਹੁੰਦੇ ਸੀ ਸਾਰਾ, ਜਿਹੜਾ ਕਿ ਸੈਂਟਰ ਡਿਨਾਈ ਕਰਦਾ ਸੀ। ਉਹ ਸਾਰੇ ਸਮੇਂ ਦੇ ਵਿੱਚ ਇਹ ਵੀ ਤਾਂ ਸਭ ਗੱਲ ਸੀ ਕਿ ਜਿਹੜਾ ਸਿੱਖ
ਬਹੁ ਗਿਣਤੀ ਵਾਲਾ ਹਲਕਾ ਹੈ ਉਹ ਬਣੇ ਪੰਜਾਬੀ ਸੂਬਾ। ਇਸੇ ਕਰਕੇ ਉਂਝ ਤਾਂ ਇੱਥੇ ਸਿੱਖ ਮਿਨੋਰਿਟੀ ਸੀ, ਜਿਹੜਾ ਸਾਰਾ ਟੋਟਲ ਵੱਡਾ ਪੰਜਾਬ ਸੀਗਾ, ਜਿਹਦੇ ਵਿੱਚ ਹਰਿਆਣਾ ਤੇ ਹਿਮਾਚਲ ਸੀਗੇ, ਉਹਨਾਂ ਵਿੱਚ ਇਸ ਕਰਕੇ ਇਹਨਾਂ ਨੂੰ ਇਹ ਸੀ ਵੀ ਜੇ ਅਸੀਂ ਸਿੱਖ ਪਾਵਰ ਲੈ ਸਕਦੇ ਹਾਂ ਤਾਂ ਛੋਟਾ ਪੰਜਾਬੀ ਸੂਬਾ ਬਣੇ। ਦੋਨੋਂ ਪਰਪਸ ਵੀ ਸੀ, ਪੋਲਿਟਿਕਸ ਵੀ ਸੀ, ਸਾਰਾ ਪੋਲਿਟਿਕਸ ਹੀ ਸੀ ਇਹਦੇ ਪਿੱਛੇ ਸਾਰੀ ਪਾਵਰ ਸ਼ੇਅਰ ਕਰਨ ਦੀ। ਤੇ ਇਸ ਕਰਕੇ ਇਹਨਾਂ ਨੇ ਸਾਰਾ ਜਦੋਂ ਕੀਤਾ, ਪੰਜਾਬੀ ਸੂਬਾ ਬਣ ਕੇ ਵੀ ਪੰਜਾਬੀ ਸੂਬੇ ਦੀ ਜਿਹੜੇ 16 ਸਾਲ ਸਟਰਗਲ ਚੱਲੀ, ਉਹਦੇ ਵਿੱਚ ਕਈ ਗੱਲਾਂ ਬੜੀਆਂ ਭੈੜੀਆਂ ਨਿਕਲੀਆਂ। ਇੱਕ ਤਾਂ ਫਿਰਕਾ ਪ੍ਰਸਤੀ ਦਾ ਇੱਥੇ ਜੜ ਬੈਠ ਗਈ, ਇੱਥੇ ਹਿੰਦੂ ਸੈਂਟਰ ਦਾ ਨਾਲ ਜੁੜ ਗਿਆ, ਸਿੱਖ ਦੂਜੇ ਪਾਸੇ ਖੜੇ ਹੋ ਗਏ, ਤੇ ਇੱਥੇ ਫਿਰਕਾ ਪ੍ਰਸਤੀ ਦੀ ਐਡੀ ਵੱਡੀ ਜੜ ਉਹਨਾਂ ਦਿਨਾਂ 'ਚ ਵੱਜ ਗਈ ਸਾਰੀ, ਜਿਹੜੀ ਕਿ ਪਿੱਛੋਂ 80 ਦੇ ਦਿਨਾਂ ਵਿੱਚ ਬਹੁਤ ਭੈੜੇ ਤਰੀਕੇ ਨਾਲ ਸਭ ਦੇ ਸਾਹਮਣੇ ਆਈ। ਇਹ ਵੀ ਸਾਰਾ ਇਸੇ ਚੋਂ ਨਿਕਲਿਆ। ਇਹ ਵੀ ਤਾਂ ਹੈ ਨਾ ਕਿ ਅਕਾਲੀ ਦਲ ਲਗਾਤਾਰ ਇਹ ਆਪਣੀ ਰਾਜਨੀਤੀ ਜਿਹੜੀ ਸੀ ਇਸ ਗੱਲ ਦੇ ਉੱਤੇ ਹੀ ਬਿਲਡ ਕਰਦਾ ਰਿਹਾ, ਇਸ ਗੱਲ ਦੇ ਉੱਤੇ ਚਲਾਉਂਦਾ ਰਿਹਾ ਕਿ ਕੇਂਦਰ ਪੰਜਾਬ ਨਾਲ ਧੱਕਾ ਕਰਦਾ। ਵੇਖੋ ਉਹ ਉਸ ਵੇਲੇ ਕੀ ਸੀ, ਕੇਂਦਰ ਦੇ ਸਿਰਫ ਵਿਤਕਰਾ, ਧੱਕਾ ਤੇ ਡਿਸਕ੍ਰਿਮੀਨੇਸ਼ਨ ਜਿਹੜੇ ਅਸੀਂ ਕਹਿੰਦੇ ਆ, ਇਹਨਾਂ ਸ਼ਬਦਾਂ ਦੇ ਆਲੇ ਦੁਆਲੇ ਪੋਲੀਟਿਕਸ ਅਕਾਲੀ ਦਲ ਦੇ ਮੋਰਚਿਆਂ ਦੀ ਘੁੰਮੀ, 80 'ਚ ਵੀ ਇਹੀ ਘੁੰਮੀ। ਪਰ ਇਹ ਪੋਲੀਟੀਕਲ ਕੰਪੋਨੈਂਟ ਨਹੀਂ ਹੈ, ਇਹ ਪੋਲੀਟੀਕਲ ਐਲੀਮੈਂਟ ਇਹਦੇ 'ਚ ਇਸ ਗੱਲ 'ਚ ਘੱਟ ਹੈ। ਪੋਲੀਟੀਕਲ ਐਲੀਮੈਂਟ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ 'ਚ ਸੀ, ਜਿਹਨੂੰ ਫੈਡਰਲ ਕਹਿੰਦੇ ਸੀ, ਉਸ ਨੂੰ ਉਹ ਲੋਕਾਂ ਦੇ ਸਾਹਮਣੇ ਪੇਸ਼ ਹੀ ਨਹੀਂ ਕਰ ਸਕੇ ਚੰਗੇ ਤਰੀਕੇ ਨਾਲ। ਹੁਣ ਹੁਣ ਲੇਟੈਸਟ ਜਿਹੜੀ ਗੱਲਬਾਤ ਹੋਈ ਹੈ, ਇਹ ਸਭ ਤੋਂ ਵਧੀਆ ਗੱਲ ਇਹ ਹੋਈ ਆ ਵੀ ਹੁਣ ਫੈਡਰਲ ਢਾਂਚੇ ਦੀ, ਦੇਸ਼ ਦੀ ਸਾਰੀ ਗੱਲ ਵੀ ਕਿਸ ਤਰੀਕੇ ਨਾਲ ਇੱਥੇ ਸ਼ਾਂਤੀ ਰਹਿ ਸਕਦੀ ਹੈ, ਕਿਸ ਤਰੀਕੇ ਨਾਲ ਡਿਫਰੈਂਟ ਜਿਹੜੇ ਯੂਨਿਟਸ ਹੈ ਦੇਸ਼ ਦੇ ਸੂਬਿਆਂ ਦੇ ਰੂਪ ਦੇ ਵਿੱਚ, ਉਹ ਆਪਣੇ ਕੋਐਗਜ਼ਿਸਟ ਕਰਕੇ ਤੇ ਇੱਕ ਸੈਂਟਰ ਨੂੰ ਵੀ ਤਾਕਤ ਦੇ ਸਕਦੇ ਆ। ਹੁਣ ਇਹ ਸਾਰੀ ਗੱਲ ਸਾਹਮਣੇ ਆਈ ਹੈ, ਜਿਹੜੀ ਉਸ ਵੇਲੇ 80 ਦੇ ਦਿਨਾਂ 'ਚ ਵੀ ਨਹੀਂ ਸੀ ਆਈ। ਬੇਸ਼ੱਕ ਬਹੁਤ ਇੱਥੇ ਖੂਨ ਖਰਾਬਾ ਹੋਇਆ, ਸਾਰਾ ਕੁਝ ਹੋਇਆ, ਪਰ ਫਿਰ ਵੀ ਪੋਲੀਟੀਕਲ ਲੈਵਲ ਉੱਤੇ ਗੱਲ ਪਿੱਛੇ ਸੀ, ਜਿਹੜੀ ਅੱਜ ਜੁੜ ਗਈ ਹੈ। ਤੇ ਇਸ ਕਰਕੇ ਅੱਜ ਜਿਹੜੇ ਅਸੀਂ ਸਾਰੇ ਇਕੱਠੇ ਹੋਏ ਆ, ਬਹੁਤ ਜ਼ਿਆਦਾ ਪੰਜਾਬੀ ਇਕੱਠੇ ਹੋਏ ਆ, ਕਿਸਾਨ ਮਸਲੇ ਤੇ ਇਕੱਠੇ ਹੋਇਆ, ਪਰ ਇਹਦੇ ਪਿੱਛੇ ਫੈਡਰਲ ਦੀ ਜਿਹੜੀ ਗੱਲਬਾਤ ਆ ਉਹ ਬੜੇ ਜ਼ੋਰ ਸ਼ੋਰ ਨਾਲ ਖੜੀ ਹੈ, ਜਿਹੜੀ ਪਹਿਲਾਂ ਕਦੇ ਨਹੀਂ ਸੀ ਅੱਜ ਤੱਕ ਇਸ ਲੈਵਲ ਤੇ। ਮੈਂ ਇਸ ਨੂੰ ਪੋਲੀਟੀਕਲੀ ਐਡਵਾਂਸਮੈਂਟ ਗਿਣਦਾ, ਜਿਹੜੀ 80-90 ਦੇ ਦਿਨਾਂ ਤੋਂ ਬਾਅਦ ਦੀ। ਰਾਜਸੀ ਤੌਰ ਤੇ ਇਹਨੂੰ ਤੁਸੀਂ ਸਾਰੇ ਨੂੰ ਕਿਸ ਤਰ੍ਹਾਂ ਬਿਆਨ ਕਰੋਗੇ? ਜੇ ਤੁਸੀਂ ਹੁਣ ਇਸ ਨੂੰ ਇਸ ਦੀ ਗੱਲ ਕਰੋ, ਤੁਸੀਂ ਅਮਰਿੰਦਰ ਸਿੰਘ ਦੀ ਗੱਲ, ਕੱਲ੍ਹ ਅਮਰਿੰਦਰ ਸਿੰਘ ਜਦੋਂ ਕਾਨੂੰਨ ਪਾਸ ਹੋਣ ਤੋਂ ਪਹਿਲੀ ਗੱਲ ਤਾਂ ਕਾਨੂੰਨਾਂ ਦੇ ਬਾਰੇ ਜਿਹੜੇ ਤਿੰਨੇ ਫਾਰਮ ਲਾ ਹੈ, ਉਹਨਾਂ ਬਾਰੇ ਬਿਲਕੁਲ ਸਪਸ਼ਟ ਹੋਣਾ ਚਾਹੀਦਾ। ਇਹ ਸਿੱਧੀ ਚੈਲੰਜ ਕੀਤਾ ਹੈ ਸੈਂਟਰ ਨੂੰ ਅਸੈਂਬਲੀ ਨੇ। ਪੰਜਾਬ ਪਹਿਲਾ ਸੂਬਾ ਹੈ ਜਿਹਨੇ ਸੈਂਟਰ ਨੂੰ ਚੈਲੰਜ ਕੀਤਾ, ਉਹਦੇ ਤਿੰਨੇ ਜਿਹੜੇ ਫਾਰਮੂਲਾ ਹੈ ਉਹਨਾਂ ਨੂੰ ਰਿਜੈਕਟ ਕੀਤਾ ਤੇ ਉਹਦੀ ਥਾਂ 'ਤੇ ਨਵਾਂ ਬਣਾਏ। ਨਵੇਂ ਬਣਾਉਣ ਦੇ ਵਿੱਚ ਕਈ ਚੀਜ਼ਾਂ ਉਹਨਾਂ ਨੇ ਮੋਟੇ ਲੈਵਲ 'ਤੇ ਕਲੀਅਰ ਕਰਤੀਆਂ, ਜਿਵੇਂ ਇੱਥੋਂ ਦਾ ਵਾਰ ਕਿਹਾ ਗਿਆ ਵੀ 86% ਇੱਥੋਂ ਦਾ ਸਮਾਲ ਤੇ ਮਾਰਜਨਲ ਲੈਂਡ ਫਾਰਮਰ ਹੈ, ਛੋਟਾ ਫਾਰਮਰ ਹੈ, ਉਹ ਕਦੇ ਵੀ ਸਟੇਟ ਦੀ ਸਪੋਰਟ ਬਗੈਰ ਉਹਨੂੰ ਜਿਹੜੇ ਲੁੱਟਿਆ ਜਾਊਗਾ, ਤੇ ਇਸ ਕਰਕੇ ਸਟੇਟ ਨੂੰ ਉਹਦੇ ਸਪੋਰਟ ਵਿੱਚ ਖੜਨਾ ਪਏਗਾ। 86% ਲੋਕਾਂ ਦੇ ਇਹ ਸਾਰੀ ਜਿਹੜੀ ਸ਼ਾਂਤਾਰਾਮ ਦੀ ਰਿਪੋਰਟ ਹੈ ਉਹ ਵੀ ਪੇਸ਼ ਹੋਈ ਕੱਲ੍ਹ। ਤੇ ਇਸ ਕਰਕੇ ਐਡੀ ਵੱਡੇ ਲੈਵਲ ਉੱਤੇ ਇਹ ਪੋਲੀਟੀਕਲੀ ਬਿਲਕੁਲ ਡਿਫਰੈਂਟ ਲੈਵਲ ਦਾ ਇਹ ਸਾਰਾ ਨੈਰੇਟਿਵ ਖੜਾ ਹੋ ਗਿਆ। ਦੂਜਾ ਨੈਰੇਟਿਵ ਇਹ ਖੜਾ ਹੋਇਆ ਬਹੁਤ ਵੱਡੇ ਲੈਵਲ 'ਤੇ, ਜਿਹਨੂੰ ਪ੍ਰੈਸ ਕਾਨਫਰੰਸ ਕੀਤੀ ਗਵਰਨਰ ਨੂੰ ਇਹ ਬਿੱਲ ਦੇਣ ਤੋਂ ਬਾਅਦ, ਉਦੋਂ ਉਸਨੇ ਦੋ ਸ਼ਬਦਾਂ ਕਹੀਆਂ, ਦੋ ਜਿਹੜੇ ਖਾਸ ਇੰਪਾਰਟੈਂਟ ਆ ਹੋਰ ਇੱਧਰ ਉੱਧਰ ਦੀਆਂ ਗੱਲਾਂ ਤੋਂ ਬਿਨਾਂ, ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਸਾਡਾ ਜਿਹੜਾ ਕਨਸਟੀਟਿਊਸ਼ਨ ਫੈਡਰਲ ਕਨਸਟੀਟਿਊਸ਼ਨ ਸੀ ਉਹਨੂੰ ਇਹਨਾਂ ਨੇ ਤੋੜਤਾ, ਬਿਲਕੁਲ ਹੀ ਬ੍ਰੇਕ ਡਾਊਨ ਹੋ ਗਿਆ ਸਾਡਾ ਕਨਸਟੀਟਿਊਸ਼ਨ। ਫੈਡਰਲ ਸਾਡੇ ਕੋਲ ਅਧਿਕਾਰ ਹੀ ਨਹੀਂ ਰਹੇ, ਸਾਡੇ ਕੋਲ ਤਾਂ ਇਹ ਹੋ ਗਿਆ ਵੀ ਕਹਿੰਦਾ 9.5 ਲੱਖ ਕਰੋੜ ਸਾਡਾ 9,000 ਕਰੋੜ ਸਾਡਾ ਹੈਗਾ GST, ਉਹ ਹਿੱਸਾ ਨਹੀਂ ਦਿੱਤਾ ਸਾਡਾ, ਤੇ ਸਾਨੂੰ ਟੈਕਸੇਸ਼ਨ ਦੇ ਅਧਿਕਾਰ ਵੀ ਸਾਥੋਂ ਖੋਹ ਲਏ ਆ, ਅਸੀਂ ਟੈਕਸ ਨਹੀਂ ਲਾ ਸਕਦੇ, ਤੇ ਸਾਡੇ ਕੋਲੇ ਕਿਸੇ ਕਿਸਮ ਦੇ ਅਧਿਕਾਰ ਨਹੀਂ ਰਹੇ। ਉਹਦਾ ਕਹਿਣ ਦਾ ਮਤਲਬ ਸੀ ਸਾਡੇ ਸਾਰੇ ਅਧਿਕਾਰ ਸੈਂਟਰ ਨੇ ਖੋਲੇ ਆ, ਤੇ ਇਹ ਸੈਂਟਰਲਾਈਜੇਸ਼ਨ ਹੋ ਗਈ। ਇਹੀ ਫੈਡਰਲ ਗੱਲਬਾਤ ਹੈ, ਇਹੀ ਫੈਡਰਲ ਏਜੰਡਾ ਹੁੰਦਾ ਵੀ ਸਟੇਟਾਂ ਨੂੰ ਸ਼ੇਅਰ ਹੋਣਾ ਚਾਹੀਦਾ। ਬਾਕੀ ਦੂਜੀ ਗੱਲ ਬਿਲਕੁਲ ਕਲੀਅਰ ਹੋ ਗਈ ਵੀ 97 ਆਈਟਮ ਹੈ ਜਿਨ੍ਹਾਂ ਉੱਤੇ ਕੇਂਦਰ ਕਾਨੂੰਨ ਬਣਾ ਸਕਦਾ। 97 ਵਿੱਚੋਂ ਕੋਈ ਵੀ ਐਗਰੀਕਲਚਰ ਦਾ ਨਹੀਂ। ਇਹ ਅੰਦਰ ਵੀ ਕਿਹਾ ਗਿਆ, ਅਸੈਂਬਲੀ 'ਚ ਵੀ ਕਿਹਾ ਗਿਆ ਵੀ ਇਹ ਬਣਾ ਹੀ ਨਹੀਂ ਸਕਦੇ, ਤੇ ਕਾਨੂੰਨ ਇਹਨਾਂ ਨੇ ਕਿਉਂ ਬਣਾਇਆ? ਇਹ ਇੱਕ ਤਰੀਕੇ ਦੇ ਫੈਡਰਲ ਸਿਸਟਮ ਨੂੰ ਦੁਬਾਰਾ ਹਲੂਣਨ ਦੀ ਗੱਲਬਾਤ ਹੋ ਗਈ, ਜਿਹੜੀ ਕਿ ਨਾ ਤਾਂ ਉਦੋਂ ਅਨੰਦਪੁਰ ਸਾਹਿਬ ਦਾ ਮਤਾ ਕੋਈ ਇਸ ਨੂੰ ਹਲੂਣ ਸਕਿਆ। ਸਭ ਇਹ ਨਹੀਂ ਲੱਗਦਾ ਕਿ ਅਕਾਲੀ ਦਲ ਉਸ ਸਰਕਾਰ ਦੇ ਵਿੱਚ ਬੈਠਾ ਰਿਹਾ ਜਿਹੜੀ ਸਰਕਾਰ ਫੈਡਰਲਿਜ਼ਮ ਨੂੰ ਹੀ ਸੱਟ ਮਾਰ ਰਹੀ ਸੀ?
ਤੇ ਜਿੰਦੇ ਖਿਲਾਫ ਪਹਿਲਾਂ ਅਕਾਲੀ ਦਲ ਲੜਦਾ ਰਿਹਾ ਫੈਡਰਲਿਜ਼ਮ ਲਈ? ਦੇਖੋ, ਮੈਂ ਜਿਹੜੀ ਅਕਾਲੀ ਦਲ ਦੀ ਪੋਲੀਟਿਕਸ ਹੈ, ਬਲੂ ਸਟਾਰ ਦੇ ਪਿੱਛੋਂ, ਦਰਬਾਰ ਸਾਹਿਬ ਉੱਤੇ ਹਮਲਾ ਹੋਣ ਦੇ ਪਿੱਛੋਂ ਅਕਾਲੀ ਦਲ ਦੀ ਜਿਹੜੀ ਪੋਲੀਟਿਕਸ ਸੀ ਉਹ ਸਾਰੀ ਹਾਰੀ ਹੋਈ ਅਕਾਲੀ ਦਲ ਦੀ ਪੋਲੀਟਿਕਸ ਸੀ, ਡਿਫੀਟਿਸਟ ਪੋਲੀਟਿਕਸ ਸੀ। ਉਹਨਾਂ ਨੇ ਤਾਂ ਬਿਲਕੁਲ ਉਹਨਾਂ ਦੇ ਪੈਰਾਂ 'ਚ ਡਿੱਗ ਕੇ ਸਾਰੇ ਉੱਥੇ ਰਾਜ ਕੀਤਾ। ਜਿਹੜਾ ਕੁਝ ਕਿਹਾ ਉਹਨਾਂ ਨੇ ਸੈਂਟਰਿਸਟ ਫੋਰਸਾਂ ਨੇ ਜਿਨ੍ਹਾਂ ਨਾਲ ਲੜਦਾ ਰਿਹਾ ਸੀ ਪੰਜਾਬ 30-40 ਸਾਲ ਤੋਂ, ਹੋਰ ਸੂਬੇ ਵੀ ਲੜ ਰਹੇ ਆ, ਥੱਲੇ ਸਾਊਥ ਵੀ ਕਾਫੀ ਕਈ ਸੂਬੇ ਵੱਧ ਅਧਿਕਾਰਾਂ ਲਈ ਲੜ ਰਹੇ ਆ, ਉਹ ਜਿਹੜੇ ਹੋਰ ਵੀ ਲੜਦੇ ਸੀ, ਇਹ ਤਾਂ ਬਿਲਕੁਲ ਉਹਨਾਂ ਦੇ ਪੈਰਾਂ 'ਚ ਛੱਡ ਗਏ। ਇਸ ਕਰਕੇ ਇਹਨਾਂ ਦੀ ਤਾਂ ਆਪਣੀ ਰਾਜ ਕਰਨ ਦੀ ਪੋਲੀਟਿਕਸ ਸੀ, ਵੀ ਇੱਕ ਸੂਬੇਦਾਰੀ ਸੀ ਜਿਹੜੀ ਸੈਂਟਰ ਤੋਂ ਇਹਨਾਂ ਨੇ ਲਈ। ਇਸ ਕਰਕੇ ਕੋਈ ਪੋਲੀਟੀਕਲ ਰਾਜ ਉਸ ਕਿਸਮ ਦਾ ਨਹੀਂ ਕੀਤਾ। ਤੇ ਠੀਕ ਹੈ, ਉਹ ਇਹ ਸਾਰਾ ਕਰਨ ਦੇ ਵਿੱਚ 2-3 ਟਰਮਾਂ ਉਹ ਰਾਜ ਕਰ ਗਏ ਆ, ਪਰ ਇਹ ਰਾਜ ਨਹੀਂ, ਪੋਲੀਟੀਕਲ ਨਹੀਂ ਕਹਿ ਸਕਦੇ ਜਿਸ ਲੈਵਲ ਦੀ ਪੋਲੀਟਿਕਸ ਚਾਹੀਦੀ ਹੈ। ਸੂਬੇ ਦੇ ਵਿੱਚ ਇਹਨਾਂ ਨੇ ਰੀਜਨਲ ਪਾਰਟੀ ਬਿਲਕੁਲ ਖਤਮ ਕਰਤੀ। ਜਿਹੜੀ ਰੀਜਨਲ ਪਾਰਟੀ ਹਰੇਕ ਸੂਬੇ ਵਿੱਚ ਛੋਟੀ ਵੱਡੀ ਖੜੀ ਹੈ। ਅਕਾਲੀ ਦਲ ਆਪਣੇ ਆਪ ਵਿੱਚ 100 ਸਾਲ ਪੁਰਾਣੀ ਰੀਜਨਲ ਪਾਰਟੀ, ਸਾਰੀਆਂ ਪਾਰਟੀਆਂ ਤੋਂ ਪਹਿਲੀ ਪਾਰਟੀ ਸੀ ਇੱਥੇ ਇੰਡੀਆ ਦੇ ਵਿੱਚ, ਉਹ ਵੀ ਇਹਨਾਂ ਨੇ ਖਤਮ ਕਰਤੀ। ਹੁਣ ਅਕਾਲੀ ਦਲ ਰਿਵਾਈਵ ਕਰਕੇ ਰੀਜਨਲ ਫੋਰਸ ਬਣਨਾ ਚਾਹੁੰਦਾ, ਹੁਣ ਬਣ ਨਹੀਂ ਸਕਦਾ। ਹੁਣ ਇਹੋ ਜਿਹੀ ਹਾਲਤ ਹੋ ਗਈ ਹੈ। ਇਹ ਸਾਰੀ ਸਥਿਤੀ ਦੇ ਵਿੱਚ ਸਿੱਧੂ ਸਾਹਿਬ, ਜਿਸ ਤਰ੍ਹਾਂ ਤੁਸੀਂ ਤਾਂ ਸਿੱਖ ਰਾਜਨੀਤੀ ਨੂੰ ਬੜਾ ਨੇੜਿਓਂ ਦੇਖਿਆ ਹੈਗਾ, ਤੇ ਸਿੱਖ ਰਾਜਨੀਤੀ ਦਾ ਵਿੱਚ ਇਹਦਾ ਕੀ ਅਸਰ ਪਏਗਾ? ਸਾਰਾ ਜੋ ਕੁਝ ਇਸ ਵੇਲੇ ਪੰਜਾਬ ਦੇ ਵਿੱਚ ਸਥਿਤੀ ਬਣੀ ਹੈਗੀ ਹੈ, ਵੇਖੋ ਸਿੱਖ ਰਾਜਨੀਤੀ ਵਿੱਚ ਬਹੁਤ ਵੱਡਾ ਅਸਰ ਪਿਆ। ਇਹਦੇ ਵਿੱਚੋਂ ਸਿੱਖ ਰਾਜਨੀਤੀ ਦੇ ਵਿੱਚ ਜਿਹੜਾ ਇੱਕ ਬੜੀਆਂ ਤਿੱਖੀਆਂ ਸੁਰਾਂ ਸੀ, ਵੱਖਵਾਦੀ ਸੁਰਾਂ ਸੀ, ਉਹਨਾਂ ਨੂੰ ਪਹਿਲਾਂ ਵੀ ਪੰਜਾਬ ਵਿੱਚ ਕੋਈ ਹੁਣ ਇਹਨਾਂ ਦਿਨਾਂ 'ਚ ਰਿਸਪੌਂਸ ਬਿਲਕੁਲ ਨਹੀਂ ਸੀ ਮਿਲ ਰਿਹਾ। ਤੇ ਹੁਣ ਜਿਹੜੀ ਰੀਜਨਲ ਜਿਹੜੀ ਫੋਰਸ ਹੈ ਇੱਥੋਂ ਦੀ ਤਕੜੀ ਹੋਏਗੀ, ਕਾਫੀ ਤਕੜੀ ਫੋਰਸ ਹੋ ਜਾਏਗੀ ਇੱਥੋਂ ਦੀ ਰੀਜਨਲ। ਤੇ ਜਿਹੜਾ ਸਾਡਾ ਕਮਿਊਨਲ ਪਾੜਾ ਸੀ ਆਪਸ ਵਿੱਚ ਦੀ, ਉਹ ਵੀ ਬ੍ਰਿਜ ਹੋ ਜਾਏਗਾ ਆਪਸ ਵਿੱਚ ਦੀ, ਉਹ ਢਕਿਆ ਜਾਏਗਾ, ਇਕੱਠਾ ਹੋ ਜਾਏਗਾ। ਇਸ ਕਿਸਮ ਦਾ ਜਿਹੜਾ ਸਭ ਤੋਂ ਵੱਡੀ ਗੱਲ ਹੋਈ, ਹੁਣ ਇਹ ਟੋਟਲ ਪੰਜਾਬੀਆਂ ਦੀ ਲੜਾਈ ਬਣ ਗਿਆ ਤੇ ਫੈਡਰਲ ਸਿਸਟਮ ਦੀ ਲੜਾਈ ਬਣ ਗਈ ਹੈ, ਤੇ ਪੰਜਾਬ ਪਹਿਲਾ ਸੂਬਾ ਹੋ ਗਿਆ। ਹੋਰ ਕਈ ਸੂਬੇ ਵੀ ਦੇਖਿਓ ਇਸੇ ਲੈਵਲ ਤੇ ਇਹ ਸਾਰੀ ਗੱਲ ਸ਼ੁਰੂ ਕਰਨਗੇ। ਇਹ ਜਿਹੜਾ ਰਾਸ਼ਟਰ ਖੜਾ ਕਰਨ ਦੀ ਗੱਲਬਾਤ ਬੀਜੇਪੀ ਦੀ ਸੀ, ਇੱਕ ਦੇਸ਼ ਇੱਕ ਮੰਡੀ, ਇੱਕ ਦੇਸ਼ ਇੱਕ ਭਾਸ਼ਾ, ਇਹ ਸਾਰੀਆਂ ਇੱਕ ਟੈਕਸ GST ਦਾ, ਇਹ ਸਾਰੀਆਂ ਜਿਹੜੀਆਂ ਗੱਲਾਂ ਐਡੇ ਵੱਡੇ ਸਬ ਕੰਟੀਨੈਂਟ 'ਚ ਇੱਕ ਵਿੱਚ ਤੁਸੀਂ ਨਹੀਂ ਕਰ ਸਕਦੇ। ਇਹ ਹੋਮੋਜਨਾਈਜ਼ ਕਰਨ ਦੇ ਵਿੱਚ ਤੁਹਾਨੂੰ ਨੂੰ ਫੋਰਸ ਵਰਤਣੀ ਪੈਂਦੀ ਹੈ, ਤੁਹਾਨੂੰ ਨੂੰ ਗਲਤ ਕਾਨੂੰਨ ਵਰਤਣੇ ਪੈਂਦੇ ਆ। ਇਹਦੇ ਵਿਰੋਧ ਹੋਣਾ ਹੀ ਸੀ। ਇਹ ਪੰਜਾਬ ਤੋਂ ਸ਼ੁਰੂ ਹੋ ਗਿਆ। ਪੰਜਾਬ ਤੋਂ ਇਸ ਕਰਕੇ ਸ਼ੁਰੂ ਹੋਇਆ ਵੀ ਹਿੰਦੀ ਬੈਲਟ ਵਿੱਚੋਂ ਤਾਂ ਬੈਲਟ 'ਚ ਤਾਂ ਹੋਣਾ ਹੀ ਨਹੀਂ ਹੁੰਦਾ, ਉਹ ਤਾਂ ਸਾਰੀ ਉਸੇ ਦੀ ਤੋਂ ਫਾਇਦਾ ਵੀ ਲੈਂਦੀ ਹੈ ਸਾਰੀ ਗੱਲ। ਜਿੰਨੇ ਅੰਦੋਲਨ ਦੇਸ਼ ਭਰ 'ਚ ਫੈਲੇ ਉਹ ਜ਼ਿਆਦਾਤਰ ਪੰਜਾਬ ਤੋਂ ਸ਼ੁਰੂ ਹੋਇਆ। ਤੇ ਪੰਜਾਬ ਦਾ ਜਿਹੜਾ ਕਰੈਕਟਰ ਹੈ, ਖਾਸਾ ਜਿਹੜਾ ਪੰਜਾਬ ਦਾ, ਉਹ ਜ਼ਿਆਦਾ ਜਮਨਾ ਤੋਂ ਪਾਰ ਵਾਲੇ ਲੋਕਾਂ ਨਾਲ ਮਿਲਦਾ ਨਹੀਂ, ਸਾਊਥ ਦਾ ਵੀ ਨਹੀਂ ਮਿਲਦਾ ਥੱਲੇ ਸਾਰਾ, ਇਹ ਦੋਨਾਂ ਪਾਸਿਆਂ ਤੇ ਇਸ ਕਰਕੇ ਸਾਊਥ ਪਹਿਲਾਂ ਹੀ ਇਸ ਗੱਲ ਨੂੰ, ਮਸਲੇ ਨੂੰ ਖੜਾ ਕਰ ਚੁੱਕਿਆ। ਉਹ ਕਹਿੰਦੇ ਵੀ ਜਿੰਨਾ ਅਸੀਂ ਟੈਕਸ ਸੈਂਟਰ ਨੂੰ ਕੰਟਰੀਬਿਊਟ ਕਰਦੇ ਹਾਂ, ਉਹਦੇ 'ਚੋਂ ਸਾਨੂੰ 20 ਪੈਸੇ ਵਾਪਸ ਮਿਲਦੇ ਆ, ਅਸੀਂ ਜ਼ਿਆਦਾ ਪੈਸੇ ਦਿੰਦੇ ਆ। ਇਸੇ ਤਰੀਕੇ ਨਾਲ ਮਹਾਰਾਸ਼ਟਰ 'ਚ ਵੀ ਇਹੀ ਹਾਲ ਬਾਤ ਹੈ। ਜਿੰਨਾ ਉਹ ਟੈਕਸ ਮਹਾਰਾਸ਼ਟਰ 'ਚੋਂ ਸੈਂਟਰ ਇਕੱਠਾ ਕਰਕੇ ਲੈ ਆਉਂਦਾ, ਉਹਦੇ 'ਚੋਂ 20-22% ਬਹੁਤ 12-14% ਜਦ ਸੈਂਟਰ ਵਾਪਸ ਜਾਂਦਾ ਵੈਲਫੇਅਰ ਸਕੀਮਾਂ ਦੇ ਵਿੱਚ, ਸੈਂਟਰ ਦਿੰਦਾ ਹੀ ਨਹੀਂ। ਇਸ ਕਰਕੇ ਸਾਰੀ ਸੋਚ ਖੜੀ ਹੋ ਗਈ ਹੈ ਵੀ ਅਸੀਂ ਕੰਟਰੀਬਿਊਟ ਕਰੀਏ, ਕਿਉਂ ਕਰੀਏ। ਇਹ ਸਭ ਇੱਥੇ ਹੈ ਸਾਡਾ ਬ੍ਰੇਕ ਦਾ ਟਾਈਮ। ਬ੍ਰੇਕ ਤੋਂ ਬਾਅਦ ਮਿਲਦੇ ਹਾਂ ਫਿਰ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਸੋ ਸਭ ਜਿੱਦਾਂ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ, ਤੇ ਤੁਸੀਂ ਬਕਾਇਦਾ ਇਸ ਗੱਲ ਨੂੰ, ਇੱਕ ਜਿਹੜੀ ਮੌਜੂਦਾ ਸਥਿਤੀ ਹੈ ਉਹਨੂੰ, ਇੱਕ ਪੰਜਾਬੀਆਂ ਦਾ ਜਿਹੜਾ ਇਹ ਮੋਰਚਾ ਬਣਿਆ ਹੈਗਾ ਕਿ ਇਹ ਇੱਕ ਨਵੀਂ ਦਿਸ਼ਾ ਦੇਗਾ ਪੰਜਾਬ ਦੀ ਰਾਜਨੀਤੀ ਨੂੰ ਵੀ, ਔਰ ਪੰਜਾਬ ਦੇ ਵਿੱਚ ਜੋ ਕੁਝ ਪਹਿਲਾਂ ਵਾਪਰਦਾ ਰਿਹਾ ਇਹਦਾ ਰੁਖ ਉਸ ਤੋਂ ਵੱਖਰਾ ਹੋਏਗਾ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮੋਰਚਾ ਜਿਹੜਾ ਬਣਿਆ ਹੈਗਾ ਪੰਜਾਬ ਦਾ, ਇਹਦੀ ਕੇਂਦਰ ਖਿਲਾਫ ਜਿਹੜੀ ਲੜਾਈ ਸ਼ੁਰੂ ਹੋਈ ਹੈ, ਉਹਦੇ ਵਿੱਚ ਹੋਰ ਕੀ ਇਹਦੇ ਵਿੱਚ ਸ਼ਾਮਲ ਹੋ ਸਕਦਾ ਜਿਹੜਾ ਇਹ ਮੋਰਚਾ ਇਸ ਤਰ੍ਹਾਂ ਜੇ ਅੱਗੇ ਵੱਧਦਾ? ਦੇਖੋ, ਪਹਿਲੀ ਗੱਲ ਤਾਂ ਸਭ ਤੋਂ ਜ਼ਿਆਦਾ ਜਿਹੜੀ ਵੱਡੀ ਸਟਰੈਂਥ ਮਿਲੀ ਹੈ, ਤਾਕਤ ਮਿਲੀ ਹੈ, ਬਲ ਮਿਲਿਆ, ਉਹ ਕੱਲ੍ਹ ਦੀ ਅਸੈਂਬਲੀ ਦੇ ਵਿੱਚੋਂ ਯੂਨੈਨੀਮਸਲੀ ਜਿਹੜੇ ਰੈਜ਼ੋਲੂਸ਼ਨ ਪਾਏ ਗਏ ਤੇ ਕਾਨੂੰਨ ਬਣਿਆ,
ਤੇ ਉਹਦਾ ਬਹੁਤ ਵੱਡੀ ਇਹਨਾਂ ਨੂੰ ਤਾਕਤ ਮਿਲੂਗੀ। ਜਿਹੜਾ ਕਿਸਾਨੀ ਮੋਰਚਾ ਚੱਲ ਰਿਹਾ, ਇਹ ਕਿਸਾਨੀ ਮੋਰਚਾ ਨੇ ਜਿੰਦ ਜਾਨ ਹੈ ਸਾਰੀ ਕਿਸਾਨ, ਕਿਉਂਕਿ ਇੱਥੇ ਪੰਜਾਬ ਦੀ ਜਿੰਦ ਜਾਨ ਹੈ ਕਿਸਾਨ। ਇੱਥੇ ਜਿਹੜੀ ਪੰਜਾਬ ਦੇ ਵਿੱਚ 70,000 ਕਰੋੜ ਰੁਪਏ ਦਾ ਜਿਹੜਾ ਝੋਨਾ ਤੇ ਕਣਕ ਵਿਕਦੀ ਹੈ ਸਾਲ ਦੀ, ਤੇ ਇੰਨੇ ਪੈਸਿਆਂ ਨਾਲ ਹੀ ਪੰਜਾਬ ਚੱਲ ਰਿਹਾ, ਕਿਉਂਕਿ ਇੱਥੇ ਇੰਡਸਟਰੀ ਨਹੀਂ ਹੈ, ਸਰਵਿਸ ਸੈਕਟਰ ਵੀ ਬਹੁਤ ਛੋਟਾ ਰਹਿ ਗਿਆ, ਤੇ ਇਸ ਕਰਕੇ ਪੰਜਾਬ ਬੜਾ ਉੱਜੜ ਜਾਏਗਾ, ਪੰਜਾਬ ਚੱਲ ਨਹੀਂ ਪਾਏਗਾ। ਇਸ ਕਰਕੇ ਬਹੁਤ ਜ਼ਰੂਰੀ ਹੈ, ਪਰ ਇਸੇ ਕਰਕੇ ਮਸਲਾ ਪੋਲੀਟੀਕਲ ਬਹੁਤ ਵੱਡਾ ਖੜਾ ਹੋ ਗਿਆ, ਜਿਹਦੇ ਵਿੱਚ ਵੇਖੋ ਪਹਿਲਾਂ ਇੱਥੋਂ ਇੰਡਸਟਰੀ ਦੀ ਫਲਾਈਟ ਵੀ ਉੱਡ ਗਈ ਸੀ, ਇੰਡਸਟਰੀ ਸਾਰੀ, ਤੇ ਸੈਂਟਰ ਨੇ ਪੰਜਾਬ ਵਿਰੁੱਧ ਜਿਹੜੀਆਂ ਹਿੱਲ ਸਟੇਸ਼ਨਾਂ ਨਾਲ ਲੱਗਦੀਆਂ ਹਿੱਲ ਸਟੇਟਸ ਆ, ਉਹ ਦੋਨਾਂ ਨੂੰ ਉਹਦੇ ਅਧਿਕਾਰ ਦੇ ਤੇ ਇਹ ਸਾਰਾ ਕੁਝ ਹੁਣ ਸੈਂਟਰ ਦੇ ਉੱਤੇ ਦੁਆਰਾ ਬੰਦੇ ਖੜੇ ਕਰਨਗੇ, ਕੁਐਸਚਨ ਕਰਨਗੇ ਵੀ ਇਹ ਤੁਸੀਂ ਕੀ ਕਰ ਰਹੇ ਹੋ ਸਾਰਾ ਕੁਝ। ਕਿ ਇਸ ਕਰਕੇ ਪੰਜਾਬ ਦੀ ਗੱਲ, ਭਾਵੇਂ ਪੰਜਾਬ ਛੋਟਾ ਜਿਹਾ ਸੂਬਾ ਹੈ, ਪਰ ਪੰਜਾਬ ਦੀ ਗੱਲ ਨੂੰ ਛੋਟਾ ਨਾ ਸਮਝੋ, ਇਸ ਨੂੰ ਇਹ ਸਾਰੇ ਦੇਸ਼ ਲਈ ਸ਼ੁਰੂਆਤ ਹੋ ਗਈ ਹੈ। ਇਹ ਫੈਡਰਲਿਜ਼ਮ ਦੀ ਲੜਾਈ ਹੈ, ਜਿਹੜੀ ਫੈਡਰਲਿਜ਼ਮ ਦੀ ਲੜਾਈ ਪਹਿਲਾਂ ਲੜਨੀ ਚਾਹੀਦੀ ਸੀ। ਕੁਦਰਤੀ ਤੌਰ ਤੇ ਜੇ ਤੁਸੀਂ ਸਾਰਾ ਇੱਕ ਨੇਸ਼ਨ, ਇੱਕ ਰਾਸ਼ਟਰ ਖੜਾ ਕਰ ਰਹੇ ਹੋ, ਉਹ ਵੀ ਧਰਮ ਦੇ ਨਾਂ ਤੇ ਖੜਾ ਕਰ ਰਹੇ ਹੋ, ਤਾਂ ਫਿਰ ਉਹਦੇ ਵਿਰੁੱਧ ਫੈਡਰਲਿਜ਼ਮ ਦੀ ਲੜਾਈ ਸ਼ੁਰੂ ਹੋਣੀ ਸੀ, ਜਿਹੜੀ ਪੰਜਾਬ ਤੋਂ ਸ਼ੁਰੂ ਹੋ ਗਈ ਹੈ। ਤੇ ਬੜੀ ਚੰਗੀ ਗੱਲ ਹੈ, ਸ਼ੁਭ ਆਰੰਭ ਹੈ। ਤੇ ਪੰਜਾਬ ਗੌਰਮੈਂਟ ਨੇ ਜਿਹੜਾ ਸਾਰੇ ਹੁਣ ਮੌਕੇ ਦੀ ਸਰਕਾਰ ਤੇ ਜਿਹੜੀ ਸਾਡੀ ਪੋਲੀਟੀਕਲ ਕਲਾਸ ਹੈ ਸਾਰੀਆਂ ਤੋਂ, ਬੀਜੇਪੀ ਨੂੰ ਤਾਂ ਛੱਡੋ, ਉਹਦਾ ਤਾਂ ਸੈਂਟਰਿਸਟ ਏਜੰਡਾ, ਤੇ ਮੈਜੋਰਿਟੀ ਨੇ ਜਿਹੜਾ ਯੂਨੈਨੀਮਸਲੀ ਕੀਤਾ, ਇਹ ਆਪਣੇ ਆਪ ਵਿੱਚ ਬਹੁਤ ਵੱਡਾ ਸ਼ੁਭ ਸ਼ਕਲ ਹੈ। ਤੇ ਤੁਹਾਨੂੰ ਕੀ ਲੱਗਦਾ ਜੀ, ਜੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ, ਪੰਜਾਬ ਦੀ ਸਾਰੀਆਂ ਰਾਜਸੀ ਧਿਰਾਂ ਨੇ ਇਕਮੁੱਠ ਹੋ ਕੇ ਇਹ ਸਾਰਾ ਕੁਝ ਕੀਤਾ, ਤੇ ਜੇ ਕੇਂਦਰ ਇਸ ਨੂੰ ਜਾਂ ਰਾਸ਼ਟਰਪਤੀ, ਰਾਜਪਾਲ ਇਸ ਦੇ ਉੱਤੇ ਆਪਣੀ ਮੋਹਰ ਨਹੀਂ ਲਾਉਂਦੇ, ਤਾਂ ਫਿਰ ਇਹ ਜਿਹੜੀ ਸਥਿਤੀ ਹੈ, ਜਿਸ ਤਰ੍ਹਾਂ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ, ਜੋ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ। ਕਿਤੇ ਇਹ ਤਾਂ ਨਹੀਂ ਸਥਿਤੀ ਬਣ ਜਾਏਗੀ ਕਿ ਜਿਸ ਤਰ੍ਹਾਂ ਪਾਣੀਆਂ ਦਾ ਮਾਮਲਾ ਵੀ, ਉਹ ਵੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਅਗਵਾਈ 'ਚ ਜਿਹੜੀ 2004 ਸਰਕਾਰ ਸੀਗੀ, ਉਸ ਨੇ ਪਾਣੀਆਂ ਦਾ ਵੀ ਜਿਹੜਾ ਸੀਗਾ ਐਗਰੀਮੈਂਟ, ਉਹਨੂੰ ਟਰਮੀਨੇਟ ਕੀਤਾ ਸੀ, ਤੇ ਉਸ ਤੋਂ ਬਾਅਦ ਉਹ ਵੀ ਕੋਰਟ ਦੀ ਝੋਲੀ 'ਚ ਜਾ ਕੇ ਪੈ ਗਿਆ, ਤੇ ਅਜੇ ਤੱਕ ਉਹਦਾ ਨਿਪਟਾਰਾ ਨਹੀਂ ਹੋਇਆ। ਕਿਤੇ ਇਹ ਤਾਂ ਨਹੀਂ ਕਿ ਇਹ ਜੋ ਕੱਲ੍ਹ ਪਾਸ ਹੋਇਆ ਤੇ ਕੇਂਦਰ ਸਰਕਾਰ ਜੇ ਇਹਦੇ ਤੇ ਰਾਸ਼ਟਰਪਤੀ ਨੂੰ ਸਿਫਾਰਿਸ਼ ਨਹੀਂ ਕਰਦੀ, ਜਾਂ ਰਾਜਪਾਲ ਰਾਸ਼ਟਰਪਤੀ ਕੋਲ ਇਹਦੇ ਤੇ ਮੋਹਰ ਲਾਉਣ ਲਈ ਨਹੀਂ ਭੇਜਦਾ, ਤਾਂ ਕੀ ਉਹ ਸਥਿਤੀ ਉਸ ਪਾਸੇ ਨੂੰ ਜਾ ਕੇ ਤਾਂ ਉਹਦੇ ਵਿੱਚ ਕੀ ਨਤੀਜੇ ਨਿਕਲ ਸਕਦੇ ਆ? ਦੇਖੋ ਜੀ, ਤੁਸੀਂ ਇਸ ਨੂੰ ਕੋਰਟਾਂ ਤੇ ਜਿਹੜੀਆਂ ਕੋਰਟਾਂ ਦੇ ਫੈਸਲਿਆਂ 'ਚ ਨਾ ਜਾਓ। ਕੋਰਟਾਂ ਦੇ ਫੈਸਲੇ ਚੱਲਦੇ ਰਹਿੰਦੇ ਆ। 16 ਸਾਲ ਲੱਗ ਗਏ ਜਿਹੜੇ ਪਹਿਲਾਂ ਪਾਣੀਆਂ ਉੱਤੇ ਟਰਮੀਨੇਸ਼ਨ ਐਗਰੀਮੈਂਟ, ਟਰਮੀਨੇਸ਼ਨ ਐਕਟ ਬਣਾਇਆ ਸੀ ਪਾਣੀਆਂ ਦੇ ਉੱਤੇ, ਉਹਨੇ ਕੈਪਟਨ ਅਮਰਿੰਦਰ ਸਿੰਘ ਨੇ, ਉਹਦੇ 16 ਸਾਲ ਲੰਘ ਗਏ ਉਸੇ ਐਕਟ ਨਾਲ। ਇਹ ਐਕਟ ਨਾਲ, ਐਕਟ ਬੇਸ਼ੱਕ ਇਹਦੇ ਤੇ ਰਾਸ਼ਟਰਪਤੀ ਮੋਹਰ ਨਾ ਲਾਵੇ, ਬੇਸ਼ੱਕ ਰਾਸ਼ਟਰਪਤੀ ਅੱਗੇ ਸੁਪਰੀਮ ਕੋਰਟ ਨੂੰ ਰੈਫਰ ਕਰਦੇ, ਸੈਂਟਰ ਇਹਨੂੰ ਰਿਜੈਕਟ ਕਰਦੇ, ਉਹ ਸੈਂਟਰ ਦੀ ਮਰਜ਼ੀ ਨਾਲ ਹੀ ਰਾਸ਼ਟਰਪਤੀ ਨੇ ਕਰਨਾ, ਉਹ ਰਿਜੈਕਟ ਕਰਦੇ। ਇਹ ਨਹੀਂ ਮਤਲਬ, ਇਹਦੇ ਪੋਲੀਟੀਕਲ ਮੀਨਿੰਗ ਦੇਖੋ। ਕਦੇ ਕੋਰਟਾਂ ਦੇ ਰਾਹੀਂ ਪੋਲੀਟਿਕਸ ਨਹੀਂ ਚੱਲਦੀ ਹੁੰਦੀ, ਪੋਲੀਟਿਕਸ ਧਰਤੀ ਤੇ ਚੱਲਦੀ ਹੈ, ਜ਼ਮੀਨ ਤੇ ਚੱਲਦੀ ਹੈ, ਤੇ ਪੋਲੀਟਿਕਸ ਦੇ ਲਈ ਤੁਹਾਡਾ ਇੱਕ ਪਰਸੈਪਸ਼ਨ ਤੇ ਚੱਲਦੀ ਹੈ। ਪੋਲੀਟਿਕਸ ਲਈ ਇਹ ਬਹੁਤ ਵੱਡਾ ਇਸ ਕਿਸਮ ਦਾ ਦੇਤਾ ਵੀ ਸਾਡੇ ਨਾਲ ਆ ਧੱਕਾ ਕਰ ਰਿਹਾ। ਜਦੋਂ ਧੱਕੇ ਦਾ ਪਰਸੈਪਸ਼ਨ ਲੋਕਾਂ ਤੇ ਜਾ ਵੜੇ, ਤਾਂ ਜਾਂ ਸਾਨੂੰ ਫੈਡਰਲ ਸੈਟਅਪ ਦੀ ਲੋੜ ਹੈ, ਸਾਡੇ ਅਧਿਕਾਰ ਸੈਂਟਰ ਨੇ ਖੋਲੇ, ਇਹ ਆਪਣੇ ਆਪ 'ਚ ਪੋਲੀਟੀਕਲ ਲੜਾਈ ਹੈ। ਇਹ ਸੈਂਟਰ ਨੇ ਨਹੀਂ ਫੈਸਲਾ ਕਰਨਾ, ਨਾ ਸਾਨੂੰ ਇਸ ਪਾਸੇ ਜਾਣਾ ਚਾਹੀਦਾ। ਇਹਦੇ ਵਿੱਚ ਫਿਰ ਸਿੱਧਾ ਇਹ ਹੈ ਕਿ ਟਕਰਾਅ ਜਿਹੜਾ ਵਧਣ ਦੇ ਅਸਾਰ ਜ਼ਿਆਦਾ ਹੈ। ਟਕਰਾਅ ਵਧੇਗਾ ਤਾਂ ਇਹ ਮੈਨੂੰ ਬੜੀ ਹੈਰਾਨੀ ਵਾਲੀ ਗੱਲ ਲੱਗਦੀ ਹੈ ਵੀ ਇਹ ਬਾਦਲ ਨੇ ਕਿੰਨਾ ਨੁਕਸਾਨ ਕੀਤਾ। ਮੈਂ ਉਦੋਂ ਦਿੱਲੀ ਇਸ ਥੋੜ੍ਹੇ ਜਿਹੇ ਪ੍ਰੋਸੈਸ ਦੇ ਨਾਲ ਜੁੜਿਆ ਵਾ ਸੀ, ਜਿਨ੍ਹਾਂ ਦਿਨਾਂ ਵਿੱਚ ਰੀਜਨਲ ਕਨਕਲੇਵ ਬਣ ਰਿਹਾ ਸੀ। ਸਾਰੀਆਂ ਰੀਜਨਲ ਪਾਰਟੀਆਂ ਇਕੱਠਾ ਹੋ ਕੇ ਬਰਨਾਲੇ ਨੂੰ ਅੱਗੇ ਲਾ ਕੇ ਉਹ ਰੀਜਨਲ ਪਾਰਟੀ ਦੀ ਗਰੁੱਪਿੰਗ ਹੋ ਰਹੀ ਸੀ, ਜਿੱਥੇ ਵੀ ਆਪਾਂ ਰੀਜਨਲ ਏਜੰਡਾ ਲੈ ਕੇ ਆਈਏ। ਬਾਦਲ ਇੱਕੋ ਦਮ ਅਨਕੰਡੀਸ਼ਨਲ ਸਪੋਰਟ ਦੇ ਕੇ ਸਾਰਾ ਕੁਝ ਵਿਡਰਾ ਕਰ ਗਿਆ ਸੀਗਾ, ਤੇ ਉਦੋਂ ਦਾ ਸਾਰਾ ਅਪਸੈਟ ਹੋਇਆ ਵਾ। ਹੁਣ ਵੀ ਰੀਜਨਲ ਪਾਰਟੀਆਂ ਮੁੜ ਕੇ ਇਕੱਠੀਆਂ ਹੋ ਜਾਣਗੀਆਂ, ਤੇ ਫਿਰ ਸੈਂਟਰ ਨੂੰ ਕਿਸੇ ਨਾ ਲੈਵਲ ਤੇ ਤਾਂ ਨੱਥ ਪਾਉਣੀ ਸੀ। ਜਿਸ ਤਰੀਕੇ ਦੀ ਸੈਂਟਰਲਾਈਜੇਸ਼ਨ ਤੇ ਪਾਵਰਾਂ ਦਾ ਇੱਕ ਥਾਂ ਇਕੱਠਾ ਕਰ ਰਹੇ ਸੈਂਟਰ ਦੇ ਵਿੱਚ, ਤੇ ਬਿਲਕੁਲ ਪਰਵਾਹ ਨਹੀਂ ਕਰ ਰਹੇ ਸਟੇਟਾਂ ਦੀ, ਤੇ ਇਹ ਡੀਮੋਨੇਟਾਈਜੇਸ਼ਨ, GST ਸਾਰਾ ਇਹਦਾ ਕੋਈ ਨਾ ਕੋਈ ਅੰਤ ਤਾਂ ਹੋਣਾ ਸੀ। ਹੁਣ ਹੋਏਗਾ ਅੰਤ, ਰੀਜਨਲ ਪਾਰਟੀਆਂ ਇਕੱਠੀਆਂ ਹੋ ਜਾਣਗੀਆਂ। ਇਹ ਕੋਰਟਾਂ ਨੇ ਕੋਈ ਫੈਸਲਾ ਨਹੀਂ ਕਰਨਾ, ਕੋਰਟਾਂ ਰਾਹੀਂ ਕਦੇ ਪੋਲੀਟਿਕਸ ਨਹੀਂ ਚੱਲਦੀ। ਪੋਲੀਟਿਕਸ ਚੱਲੂਗੀ ਸਿੱਧੀ ਮੈਦਾਨ 'ਚ ਚੱਲਦੀ ਆ, ਤੇ ਪੋਲੀਟੀਕਲ ਪਾਰਟੀਆਂ
ਪਾਰਟੀਆਂ ਰਾਹੀਂ ਚੱਲਦੀ ਹੈ। ਤੇ ਪੋਲੀਟੀਕਲ ਪਾਰਟੀਆਂ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਰੀਆਂ ਇਕੱਠੀਆਂ ਹੋ ਗਈਆਂ। ਪਰ ਇੱਕ ਗੱਲ ਦੀ ਮੈਂ ਇਸ ਗੱਲ ਦੀ ਇੱਕ ਸ਼ੰਕਾ ਰਹਿੰਦਾ ਵੀ ਇਦੋਂ ਪਹਿਲਾਂ ਸੈਂਟਰ ਦਾ ਇੱਕ ਪੇਟੈਂਟ ਹਥਿਆਰ ਇਹ ਹੁੰਦਾ ਵੀ ਇਹਨੂੰ ਵਾਇਲੈਂਸ ਵਾਲੇ ਪਾਸੇ ਲੈ ਜਾਓ, ਇਹਦੇ ਵਿੱਚ ਲੜਾਈ ਝਗੜੇ ਦਾ ਐਲੀਮੈਂਟ ਲੈ ਆਓ, ਤੇ ਫਿਰ ਮੁੜ ਕੇ ਸੈਂਟਰ ਦਖਲਅੰਦਾਜ਼ੀ ਕਰ ਜਾਂਦਾ ਜਾਂ ਦੇਸ਼ ਦਖਲਅੰਦਾਜ਼ੀ ਹੋ ਜਾਂਦੀ ਹੈ। ਇਹ ਜੇ ਬਚਿਆ ਰਿਹਾ ਪੀਸਫੁਲ ਜਿਹੜਾ ਇਸ ਕਿਸਮ ਦੀ ਸਟਰਗਲ ਰਹੀ ਤਾਂ ਸਰਟਨਲੀ ਸੈਂਟਰ ਨੂੰ ਝੁਕਣਾ ਪਏਗਾ। ਇਹ ਨਾ ਕਾਨੂੰਨ ਤਿੰਨੇ ਵਾਪਸ ਕਰੇ ਸੈਂਟਰ, ਨਾ ਇਸ ਨੂੰ ਪਾਸ ਕਰੇ, ਕੋਈ ਨਾ ਕੋਈ ਵਾਇਆ ਮੀਡੀਆ ਕੱਢਣਾ ਪਊ। ਜਿਵੇਂ ਹੁਣ ਹੋਰ ਵੀ ਕਈ ਥਾਈਂ ਸੈਂਟਰ ਵਾਇਆ ਮੀਡੀਆ ਕੱਢਣ ਦੇ ਚੱਕਰ 'ਚ ਲਦਾਖ 'ਚ ਤਿਆਰ ਹੋ ਗਿਆ ਪਹਿਲਾਂ ਆਲਰੇਡੀ ਇੱਕ ਰੀਜਨਲ ਡਿਵੈਲਪਮੈਂਟ ਕਾਉਂਸਲ ਜੀ ਬਣਾਉਣ ਦੇ। ਇਹੋ ਜਿਹੇ ਤਰੀਕੇ ਕੱਢਣੇ ਪੈਣਗੇ ਨਾਲ। ਤੇ ਪਰ ਇਹ ਤਾਂ ਠੀਕ ਹੈ ਜੀ, ਪਰ ਇਹ ਜਿਸ ਤਰ੍ਹਾਂ ਅੰਦੋਲਨ ਪੰਜਾਬ ਵਿੱਚ ਹੈ, ਇਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਵੀ ਜਿਹੜੀਆਂ 250 ਕਿਸਾਨ ਜਥੇਬੰਦੀਆਂ ਨੇ ਇੱਕ ਪਲੇਟਫਾਰਮ ਬਣਾਇਆ, ਔਰ ਉਹ ਵੀ ਜਿਹੜੀਆਂ ਨਵੰਬਰ ਦੇ ਮਹੀਨੇ ਵਿੱਚ 5 ਨਵੰਬਰ ਨੂੰ ਫਿਰ 26-27 ਨਵੰਬਰ ਦਾ ਉਹਨਾਂ ਨੇ ਪ੍ਰੋਗਰਾਮ ਲਿਖਿਆ। ਕੀ ਉਹ ਤੁਹਾਨੂੰ ਲੱਗਦਾ ਕਿ ਉਸ ਤੋਂ ਬਾਅਦ ਕੋਈ ਕੇਂਦਰ ਪੱਧਰ ਦੇ ਉੱਤੇ, ਕੌਮੀ ਪੱਧਰ ਦੇ ਉੱਪਰ ਕੇਂਦਰ ਇਹਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੋ ਸਕਦਾ? ਕੇਂਦਰ ਨੂੰ ਹੁਣ ਗੱਲਬਾਤ ਕਰਨੀ ਪਊਗੀ। ਕੇਂਦਰ ਨੂੰ ਇਹ ਜਿਹੜੀ ਇੱਕ ਤਰੀਕੇ ਦੀ ਠੱਲ ਪੈ ਗਈ। ਉਹ ਜਿਹੜਾ ਇੱਕੋ ਏਜੰਡਾ ਜਿਹੜਾ BJP ਦਾ ਕੇਂਦਰ ਦੇ ਵਿੱਚ ਚੱਲ ਰਿਹਾ ਸੀ ਵੀ ਜਿਹਦਾ ਉਹ ਪੂਰਾ ਬਲਡੋਜ਼ ਕਰ ਰਹੇ ਸੀ, ਧੱਕੇ ਨਾਲ ਸਾਰਾ ਕੁਛ ਆਪਦਾ ਬਣਾ ਰਹੇ ਸੀ, ਉਹਨੂੰ ਹੁਣ ਠੱਲ ਪਏਗੀ। ਸਾਰਾ ਇਹ ਪੋਲੀਟੀਕਲ ਹੈ ਸਾਰਾ ਕੁਛ। ਇਹਨੂੰ ਤੁਸੀਂ ਮੰਗਾਂ ਦਾ ਮਨ ਮੰਗੋ, ਮੰਗਾਂ ਕਿਸੇ ਨੇ ਨਹੀਂ ਇਸ ਕਿਸਮ ਦੇ ਮੰਗਾਂ 'ਤੇ ਖੜੇ ਰਹਿਣਾ। ਇਹ ਗੱਲ ਕਿਸਾਨੀ ਦੀਆਂ ਮੰਗਾਂ ਤੋਂ ਚਲਦੀ ਅੱਗੇ ਫੈਡਰਲ ਢਾਂਚੇ ਤੱਕ ਜਾਏਗੀ, ਜਾਂ ਅਸੀਂ ਕਹਿ ਸਕਦੇ ਹਾਂ ਰੀਅਰੇਂਜਮੈਂਟ ਹੋਏਗਾ, ਦੁਬਾਰਾ ਸਾਰੀ ਗੱਲ ਦੀ ਹੋਏਗਾ ਖੁਦਮੁਖਤਿਆਰੀ ਕੇਂਦਰ ਦੀ ਕਿੰਨੇ ਪਾਵਰਾਂ ਹੋਣ ਔਰ ਤੇ ਕਿੰਨੀਆਂ ਹੁਣ ਸਟੇਟਾਂ ਕੋਲੇ। ਉਹ ਵੱਡੇ ਮਸਲੇ ਖੜੇ ਹੋਣਗੇ ਜਿਹੜੇ 47 ਤੋਂ ਲਟਕ ਰਹੇ ਆ। 46 ਦੇ ਵਿੱਚ ਇਹੀ ਕੇਂਦਰ ਇੱਕ ਸੈਂਟਰਲਾਈਜ਼ਡ ਸਰਕਾਰ ਬਣਾਉਣ ਦੇ ਲਈ ਜਾਂ ਸੈਂਟਰਲਾਈਜ਼ਡ ਨੇਸ਼ਨ ਬਣਾਉਣ ਲਈ, ਕੌਮ ਬਣਾਉਣ ਲਈ ਇਹਨਾਂ ਨੇ ਕੈਬਨਿਟ ਮਿਸ਼ਨ ਪਲਾਨ ਨੂੰ ਰਿਜੈਕਟ ਕੀਤਾ ਸੀ ਨਹਿਰੂ ਨੇ। ਗੱਲ ਉੱਥੇ ਹੀ ਆ ਖੜੀ ਮੁੜ ਕੇ ਜਾ ਕੇ 1946 ਦੇ ਕੈਬਨਿਟ ਮਿਸ਼ਨ ਪਲਾਨ ਦੇ ਉੱਤੇ। ਉੱਥੇ ਕਿਹਾ ਸੀ ਵੀ ਐਡਾ ਵੱਡਾ ਦੇਸ਼ ਆ, ਵੰਡ ਵੀ ਨਹੀਂ ਹੋਣੀ ਸੀ ਪਾਕਿਸਤਾਨ ਦੀ, ਜਿਹਦੇ ਤੇ ਜਿਨਾਹ ਨੇ ਵੀ ਦਸਤਖਤ ਕਰਤੇ ਸੀਗੇ ਕੈਬਨਿਟ ਪਲਾਨ ਤੇ, ਵੀ ਤੁਸੀਂ ਇੱਕ ਫੈਡਰਲ ਢਾਂਚਾ ਰੱਖ ਕੇ ਜਿਹੜੀ ਰੈਜੀਡੂਅਲ ਪਾਵਰ ਹੈ ਉਹ ਸਾਰੀਆਂ ਸਟੇਟਾਂ ਨੂੰ ਦਿਓ, ਪ੍ਰੋਵਿੰਸਸ ਨੂੰ ਦਿਓ। ਇਹਨਾਂ ਨੇ ਹੁਣ ਰੈਜੀਡੂਅਲ ਪਾਵਰ ਉਹ ਤੋਂ ਖੋਹ ਲਿਆ ਕੰਕਰੈਂਟ ਲਿਸਟ 'ਚ ਪਾ ਕੇ। ਹਾਂ, ਆਪਣੇ ਤਾਂ ਉਲਟਾ ਹੋਇਆ ਨਾ ਸਾਰਾ, ਕਿ ਜਿੰਨੇ ਆਜ਼ਾਦੀ ਤੋਂ ਬਾਅਦ ਲਗਾਤਾਰ ਜਿਹੜਾ ਪਾਵਰ ਦਾ ਕੇਂਦਰੀਕਰਨ ਹੁੰਦਾ ਚਲਾ ਗਿਆ। ਬਿਲਕੁਲ। ਤੇ ਅੱਜ ਜੇ ਸਟੇਜ ਤੇ ਖੜਾ ਹੈ ਉਹਦੇ 'ਚ ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਰੀਜਨਲ ਪਾਰਟੀਆਂ ਦੀ, ਕਿ ਸਾਡੇ ਖੇਤਰੀ ਪਾਰਟੀਆਂ ਅੱਗੇ ਵੀ ਇਕੱਠੀਆਂ ਹੁੰਦੀਆਂ ਰਹੀਆਂ, ਪਰ ਅਲਟੀਮੇਟਲੀ ਆਣ ਕੇ ਜਦੋਂ ਪੋਲੀਟੀਕਲ ਕਈ ਵਾਰੀ ਕਈ ਮਤਭੇਦ ਆ ਜਾਂਦੇ ਆ ਤਾਂ ਉੱਥੇ ਫਿਰ ਉਹ ਮੋਰਚੇ ਖਿੰਡ ਜਾਂਦੇ ਆ। ਜਿਸ ਤਰ੍ਹਾਂ ਇੱਕ ਸਮੇਂ NDA ਬਣਿਆ ਸੀਗਾ ਜਿਹੜਾ ਵਾਜਪਾਈ ਦੇ ਸਮੇਂ, ਔਰ ਇਸ ਤਰ੍ਹਾਂ UPA ਬਣਿਆ ਸੀ, ਪਰ ਹੌਲੀ ਹੌਲੀ ਉਹਨਾਂ ਦੇ ਆਪਣੇ ਹੀ ਖੰਡਾਅ ਹੁੰਦੇ ਚਲੇ ਜਾਂਦੇ ਆ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮਾਮਲੇ ਦੇ ਉੱਤੇ ਸਾਰੀਆਂ ਰੀਜਨਲ ਪਾਰਟੀਆਂ ਇਕਮੁੱਠ ਹੋ ਜਾਣਗੀਆਂ? ਦੇਖੋ ਜੀ, ਦੇਸ਼ ਵਿੱਚ ਪੂਰਾ ਇਸ ਗੱਲ ਦਾ ਤਜਰਬਾ, ਐਕਸਪੈਰੀਮੈਂਟ ਬਹੁਤ ਹੋ ਚੁੱਕਾ। ਜਦੋਂ ਦੇਵ ਗੌੜੇ ਵੇਲੇ ਯੂਨਾਈਟਿਡ ਫਰੰਟ ਦੀ ਗੌਰਮੈਂਟ ਹੈ, ਫਿਰ ਗੁਜਰਾਲ ਦੀ ਗੌਰਮੈਂਟ ਰਹੀ, ਉਹ ਜਿਹੜਾ 2-3 ਸਾਲ ਦਾ ਸੀ ਉਹ ਸਾਰਾ VP ਸਿੰਘ ਦੀ ਰਹੀ। ਸਾਰਾ ਰੀਜਨਲ ਪਾਰਟੀਆਂ ਦੀਆਂ ਸਰਕਾਰਾਂ ਸੀ। ਇਹ ਜਿਹੜੀਆਂ ਦੋ ਵੱਡੀਆਂ ਨੈਸ਼ਨਲ ਪਾਰਟੀਆਂ ਕਹਾਉਂਦੀਆਂ ਜਿਹੜੀਆਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ, ਇਹ ਦੋਨੋਂ ਹੀ ਉਹਦੇ ਵਿੱਚ ਹੈ ਨਹੀਂ ਸੀ। ਇਸ ਕਰਕੇ ਰੀਜਨਲ ਪਾਰਟੀਆਂ ਨੇ ਰਾਜ ਕੀਤਾ ਤੇ ਉਹਨਾਂ ਨੂੰ ਕਰਨਾ ਵੀ ਆਉਂਦਾ। ਉਹਨਾਂ ਨੇ ਬਹੁਤ ਸੋਹਣਾ ਰਾਜ ਕੀਤਾ, ਕੋਈ ਪ੍ਰੋਬਲਮ ਨਹੀਂ ਆਈ। ਉਹ ਜਿਹੜੇ 4-5 ਸਾਲ ਰਾਜ ਕੀਤਾ ਉਹਨਾਂ ਨੇ ਇਕੱਠੇ ਲੈਵਲ ਤੇ। ਇਸ ਕਰਕੇ ਹੁਣ ਵੀ ਇਹ ਨਹੀਂ ਹੈ ਵੀ ਸਾਡੇ ਕੋਲ ਤਜਰਬਾ ਹੈ ਨਹੀਂ ਜਾਂ ਰੀਜਨਲ ਪਾਰਟੀਆਂ ਇਕੱਠੀਆਂ ਨਹੀਂ ਹੋ ਸਕਦੀਆਂ, ਹੁਣ ਵੀ ਹੋ ਸਕਦੀਆਂ। ਤੇ ਇਹ ਬਹੁਤ ਵੱਡਾ ਤਜਰਬਾ ਖੜਾ। ਇਹ ਰੀਜਨਲ ਪਾਰਟੀਆਂ ਦੀ ਗੱਲ ਹੁਣ ਵੀ ਸ਼ੁਰੂ ਹੋ ਗਈ ਹੈ ਤੇ ਉਹ ਦੇਖਣਾ ਥੋੜ੍ਹੇ ਦਿਨਾਂ ਤੱਕ ਸਾਰਾ ਕੁਝ ਅੱਗੇ ਆ ਜਾਏਗਾ। ਤੇ ਇਹਦੇ ਵਿੱਚ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ, ਕਿਉਂਕਿ ਸਾਰਾ ਬਹੁਤਾ ਜਿਹੜਾ ਕੇਂਦਰ ਬਣਿਆ ਹੈਗਾ ਕਿਸਾਨ ਅੰਦੋਲਨ ਦਾ ਪੰਜਾਬ ਹੈਗਾ, ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਆਪਾਂ ਸਿੱਖ ਰਾਜਨੀਤੀ ਦੀ ਗੱਲ ਕੀਤੀ ਹੈ, ਤੇ ਸਿੱਖ ਰਾਜਨੀਤੀ ਦੇ ਵਿੱਚ ਹੁਣ ਇੱਕ ਅੱਗੇ ਜਿਹੜਾ ਪੜਾਅ ਆਉਣ ਵਾਲਾ ਹੈ, ਜਿਹਦੇ ਵਿੱਚ ਤੁਸੀਂ ਵੀ ਉਹਦੇ ਬਾਰੇ ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੀ ਕੇਂਦਰ ਨੇ ਮੁੱਢ ਬੰਨ੍ਹ ਦਿੱਤਾ, ਕਿ ਜਿਸ ਤਰ੍ਹਾਂ ਉਹਨਾਂ ਨੇ ਬਕਾਇਦਾ ਹੁਣ ਜਿਹੜਾ ਚੋਣ ਕਮਿਸ਼ਨਰ ਸੀ ਉਹ ਨਿਯੁਕਤ ਕਰ ਦਿੱਤਾ। ਤੇ ਤੁਹਾਨੂੰ ਕੀ ਲੱਗਦਾ ਕਿ ਇਹ ਸਾਰਾ ਜੋ ਕੁਛ ਇੱਥੇ ਸਥਿਤੀ ਬਣੀ ਹੈ, ਜਿਹਦੇ 'ਚ ਰਾਜਸੀ ਧਿਰਾਂ ਇੱਕ ਮੰਚ 'ਤੇ ਖੜੀਆਂ, ਔਰ ਦੂਸਰੇ ਪਾਸੇ ਹੁਣ ਸ਼੍ਰੋਮਣੀ ਕਮੇਟੀਆਂ ਜਦੋਂ ਚੋਣਾਂ ਆਉਣੀਆਂ ਤਾਂ ਉਹਦੇ 'ਚ ਵੀ ਵੱਖ-ਵੱਖ ਧਿਰਾਂ ਜਿਹੜੀਆਂ ਉੱਥੋਂ ਬਾਦਲ ਜਿਹੜੀ ਹੈਗੀ ਹੈ ਦਲ, ਉਹਦਾ ਕਬਜ਼ਾ ਉੱਥੋਂ ਖਤਮ ਕਰਨ ਦੇ ਉੱਤੇ
ਇੱਕ ਮੁੱਠ ਹੋ ਸਕਦੀਆਂ ਇਹ ਸਾਰੀ ਸਥਿਤੀ ਦੇ ਵਿੱਚ, ਜਿਸ ਤਰ੍ਹਾਂ ਇਸ ਮਾਮਲੇ ਦੇ ਉੱਤੇ ਸਾਰੀਆਂ ਸਿਆਸੀ ਧਿਰਾਂ ਇੱਕ ਹੋਈਆਂ? ਦੇਖੋ ਜੀ, ਜਿਵੇਂ ਹੁਣ ਇੱਕ ਕੋਲੀਸ਼ਨ ਟਾਈਪ ਇੱਕ ਸਾਰੀ ਪੋਲੀਟੀਕਲ ਅਰੇਂਜਮੈਂਟ ਹੋਇਆ, ਇੱਕ ਕੋਲੀਸ਼ਨ ਹੈ, ਜਿਵੇਂ 31 ਜਥੇਬੰਦੀਆਂ ਕਿਸਾਨਾਂ ਦੀਆਂ ਇਕੱਠੀਆਂ ਹੋਈਆਂ 31-32, ਇਸ ਕਿਸਮ ਦੀ ਕੋਲੀਸ਼ਨ ਦਾ ਸਾਡੇ ਟ੍ਰੈਂਡ ਹੋ ਗਿਆ। ਇਹ ਕੋਲੀਸ਼ਨ SGPC ਦੀ ਇਲੈਕਸ਼ਨ ਲਈ ਵੀ ਇਕੱਠੀ ਹੋ ਜੂ। ਉਹ ਅਕਾਲੀ ਦਲ ਨਹੀਂ ਜਿੱਤ ਸਕਦਾ ਇਸ ਵਾਰ, ਸਾਰਾ ਕੁਝ ਹੀ ਬਦਲ ਜਾਏਗਾ। ਹੁਣ ਕੋਲੀਸ਼ਨ ਬਣੇਗੀ, ਕੋਲੀਸ਼ਨ ਬਣਾਉਣੀ ਆ ਜਾਂਦੇ, ਕਿਸ ਲਈ ਕੋਲੀਸ਼ਨ ਦਾ ਐਕਸਪੀਰੀਅੰਸ ਚਾਹੀਦਾ, ਉਹ ਸਾਰਾ ਬਣਦਾ ਜਾ ਰਿਹਾ ਹੈਗਾ। ਤੇ ਉਹ ਆ ਸਾਰਾ ਜਿਹੜਾ ਐਕਸਪੀਰੀਅੰਸ ਹੈ, ਆ ਜਿਹੜਾ ਸਾਰਾ ਤਜਰਬਾ ਪੋਲੀਟਿਕਸ ਦਾ ਇੱਧਰੋਂ ਹੋ ਰਿਹਾ ਹੈਗਾ, ਇਹ ਪੋਲੀਟਿਕਸ ਦਾ ਤਜਰਬਾ SGPC ਦੀਆਂ ਚੋਣਾਂ 'ਤੇ ਵੀ ਲਾਗੂ ਹੋਊਗਾ ਤੇ ਚੋਣਾਂ ਦਾ ਸਾਰਾ ਰੂਪ ਬਦਲ ਜਾਏਗਾ। 2011 ਦੀਆਂ ਚੋਣਾਂ ਹੋਈਆਂ ਵੀ ਆ, ਉਦੋਂ ਪਿੱਛੋਂ ਕਈ ਸਾਲ ਲੰਘ ਗਏ ਆ, ਹਰ 5 ਸਾਲ ਬਾਅਦ ਚੋਣ ਹੋਣੀ ਚਾਹੀਦੀ ਆ, ਤੇ ਕਿੰਨਾ ਸਮਾਂ ਲੰਘ ਗਿਆ, ਇਸ ਕਰਕੇ ਸਾਰਾ ਕੁਝ ਬਦਲੇਗਾ। ਨਹੀਂ, ਜਿਸ ਤਰ੍ਹਾਂ ਹੁਣ ਸੁਖਦੇਵ ਸਿੰਘ ਢੀਂਡਸਾ ਹੋਣੀ, ਰਣਜੀਤ ਸਿੰਘ ਬ੍ਰਹਮਪੁਰਾ ਔਰ ਬਾਕੀ ਗਰਮ ਖਿਆਲ ਜਿਹੜੀਆਂ ਜਥੇਬੰਦੀਆਂ, ਉਹ ਇੱਕ ਮੰਚ ਤੇ ਆ ਜਾਣਗੀਆਂ ਇਸ ਗੱਲ ਦੇ ਲਈ? ਵੇਖੋ, ਗਰਮ ਖਿਆਲ ਤਾਂ ਕੋਈ ਵੀ ਨਹੀਂ ਰਿਹਾ ਹੁਣ ਇਸ ਲੈਵਲ ਤੇ। ਸਾਰਿਆਂ ਨੇ SGPC ਦੇ ਬਿਲਕੁਲ ਗਰਮ ਖਿਆਲੀ ਵਾਲੀ ਕੋਈ ਗੱਲਬਾਤ ਨਹੀਂ ਰਹੀ। ਸਾਰੀ ਗਰਮ ਖਿਆਲੀ ਤਾਂ ਇੱਕ ਪਾਸੇ ਲੱਗੇ ਬੈਠੇ ਆ, ਉਹਨਾਂ ਦੀ ਤਾਂ ਕੋਈ ਪੋਲੀਟਿਕਸ 'ਚ ਹੀ ਨਹੀਂ ਉਹਨਾਂ ਦੀ। ਤੁਸੀਂ ਮੈਨੂੰ ਐਂ ਦੱਸੋ ਵੀ 1992-94 ਤੋਂ ਬਾਅਦ ਗਰਮ ਖਿਆਲੀਆਂ ਦੀ ਪੋਲੀਟਿਕਸ ਕਿੱਥੇ ਰਹਿ ਗਈ ਹੈ? ਕੋਈ ਪੋਲੀਟਿਕਸ ਨਹੀਂ ਰਹਿ ਗਈ। ਪੋਲੀਟਿਕਸ ਵਿੱਚ ਜੇ ਗਰਮ ਖਿਆਲੀਆਂ ਦੀ ਥੋੜ੍ਹੀ ਬਹੁਤੀ ਪੋਲੀਟਿਕਸ ਹੁੰਦੀ ਤਾਂ ਫਿਰ ਬਾਦਲ ਇੰਨਾ ਚਿਰ ਰਾਜ ਨਹੀਂ ਸੀ ਕਰ ਸਕਦਾ, ਇਸ ਤਰੀਕੇ ਨਾਲ ਰਾਜ ਨਹੀਂ ਕਰ। ਉਹ ਪੋਲੀਟਿਕਸ ਤੋਂ ਬਾਹਰ ਨਿਕਲ ਗਏ ਤੇ ਹਜੇ ਵੀ ਬਾਹਰ ਹੈ। ਇਸ ਕਰਕੇ ਉਹ ਥੋੜ੍ਹੀ ਘਣੀ ਸਿੱਖ ਪੋਲੀਟਿਕਸ ਕਹਿ ਸਕਦੇ ਹੋ, ਉਹਦਾ ਕੋਈ ਉਹਨੂੰ ਗਰਮ ਕਹਿੰਦਾ, ਕੋਈ ਨਹੀਂ ਕਹਿੰਦਾ, ਪਰ ਇਹ ਪੋਲੀਟਿਕਸ ਸਿੱਖ ਪੋਲੀਟਿਕਸ ਹੈ ਜਿਹੜੀ ਮੋਡਰੇਟ ਲੈਵਲ ਦੀ, ਵੱਖਵਾਦੀ ਤੋਂ ਥੱਲੇ ਵਾਲੀ, ਉਹ ਚੱਲੇਗੀ। ਨਹੀਂ, ਉਹਦੇ 'ਚ ਇਹ ਵੀ ਤਾਂ ਹੈ ਸਾਹਿਬ, ਜਿਵੇਂ ਸੀਨੀਅਰ ਐਡਵੋਕੇਟ HS ਫੂਲਕਾ ਹੋਣੀ ਆਪਣੇ ਥਾਂ ਲੱਗੇ ਹੋਏ ਆ, ਭਾਈ ਰਣਜੀਤ ਸਿੰਘ ਜਿਹੜੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਹੈ, ਉਹਨਾਂ ਨੇ ਆਪਣੇ ਤੌਰ ਤੇ ਪੰਥਕ ਲਹਿਰ ਚਲਾਈ ਹੋਈ ਹੈ ਕਿ ਜੇ ਇਹ ਸਾਰੀਆਂ ਧਿਰਾਂ ਇਕੱਠੀਆਂ ਹੋਣ ਤਾਂ ਹੀ ਤਾਂ ਇਹ ਲੱਗਦਾ ਸੰਭਵ, ਤੇ ਜੇ ਇਹ ਸਾਰੀਆਂ ਧਿਰਾਂ ਵੱਖ-ਵੱਖ ਲੜਨਗੀਆਂ ਤਾਂ ਫਿਰ ਤਾਂ ਪੋਸੀਬਲ ਹੈ? ਦੇਖੋ, ਇਹ ਨਹੀਂ ਹੁੰਦਾ ਵੀ ਸਾਰੇ ਇਕੱਠੇ ਹੋ ਜਾਣ। ਮੈਂ ਇਕੱਠੇ ਹੋਣ ਵਾਲੀ ਥਿਊਰੀ ਦੇ ਹੱਕ 'ਚ ਨਹੀਂ ਹੈ, ਨਾ ਹੀ ਹੁੰਦਾ ਪੋਲੀਟਿਕਸ 'ਚ। ਇਹ ਹੁੰਦਾ ਵੀ ਲੋਕ ਜੱਜ ਕਰ ਲੈਂਦੇ ਵੀ ਆਹ ਜਿਹੜੀ ਬਹੁਤ ਵਧੀਆ ਗਰੁੱਪ ਹੈ ਜਿਹੜਾ ਚੰਗਾ ਬਣਿਆ, ਜਾਂ ਆਹ ਓਨੈਸਟ ਲੋਕ ਆ, ਜਾਂ ਬੈਟਰ ਲੋਕ ਆ, ਅਸੀਂ ਇਹਨਾਂ ਨੂੰ ਵੋਟ ਪਾਵਾਂਗੇ, ਲੋਕ ਛੱਡ ਦਿੰਦੇ ਆ। ਲੋਕਾਂ ਨੂੰ ਇਸ ਕਿਸਮ ਦੀ ਸਮਝ ਹੁੰਦੀ ਆ, ਤੇ ਇਕੱਠੇ ਹੋਣ ਦਾ ਚੱਕਰ ਨਹੀਂ ਹੈ ਸਾਰਾ ਕੁਝ। ਸਭ ਧੰਨਵਾਦ। ਤੁਸੀਂ ਇਹ ਸਾਰੀ ਜਿਹੜੀ ਮੌਜੂਦਾ ਪੰਜਾਬ ਦੀ ਸਥਿਤੀ ਬਣੀ ਹੈ ਤੇ ਉਸ ਦੇ ਵਿੱਚ ਪੰਜਾਬੀਆਂ ਨੇ ਕਿਸ ਤਰ੍ਹਾਂ ਇੱਕ ਮੋਰਚਾ ਬਣਾ ਕੇ ਤੇ ਕੇਂਦਰ ਦੇ ਖਿਲਾਫ ਤੇ ਕੇਂਦਰ ਦੀਆਂ ਜਿਹੜੀਆਂ ਜਾਤੀਆਂ ਉਹਨਾਂ ਦੇ ਖਿਲਾਫ ਆਪਣੀ ਲੜਾਈ ਨੂੰ ਅੱਗੇ ਵਧਾਇਆ ਹੈਗਾ। ਖਾਸ ਕਰਕੇ ਜਿਸ ਤਰ੍ਹਾਂ ਕੱਲ੍ਹ ਪੰਜਾਬ ਸਰਕਾਰ ਨੇ ਵਿਸ਼ੇਸ਼ ਅਸੈਂਬਲੀ ਸੱਦ ਕੇ ਉਹਦੇ ਵਿੱਚ ਜਿਹੜੇ ਕੇਂਦਰ ਦੇ 3 ਕਾਨੂੰਨ ਹੈ ਉਹਨਾਂ ਨੂੰ ਰੱਦ ਕੀਤਾ, ਔਰ ਇਹਦੇ ਨਾਲ ਜਿਹੜਾ ਕਿਸਾਨ ਅੰਦੋਲਨ ਹੈ ਹੋਰ ਵੀ ਮਜ਼ਬੂਤ ਹੋਇਆ। ਤਾਂ ਇਹ ਸਾਰੇ ਜੋ ਸਥਿਤੀ ਬਣੀ ਹੈ, ਇਹ ਸਾਰੇ ਅੰਦੋਲਨ ਦੇ, ਇਸ ਏਕਤਾ ਦੇ ਵੱਖ-ਵੱਖ ਜਿਹੜੀਆਂ ਪੰਜਾਬ ਦੇ ਵਿੱਚ ਧਿਰਾਂ ਹੈਗੀਆਂ, ਰਾਜਸੀ ਜਾਂ ਸਿੱਖ ਰਾਜਨੀਤੀ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਸਾਰੇ ਦੇ ਉੱਤੇ ਕਿਸ ਤਰ੍ਹਾਂ ਦੇ ਅਸਰ ਪੈਣਗੇ, ਇਸ ਦੇ ਬਾਰੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਮੈਂ ਆਪਣੇ ਦਰਸ਼ਕਾਂ ਦਾ ਧੰਨਵਾਦ ਕਰਨ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਏ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।